ਸਤਨਾਮ ਵਾਹਿਗੁਰੂ ਸਾਹਿਬ ਜੀਓ। ਓੰਕਾਰ ਰੂਪੈ ਅਨਾਦ ਸਰੂਪੈ। ਓੰਕਾਰ ਰੂਪੈ ਅਨਾਦ ਸਰੂਪੈ। ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ। ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ। ਤ੍ਰਿਭ੍ਰੰਗੰ ਤ੍ਰਿਬਾਧੇ ਅਗੰਜੇ ਅਗਾਧੇ। ਸ਼ੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ। ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ। ਕਿ ਨਰਕੰ ਪਰਨਾਸ਼ ਹੈ ਪ੍ਰਿਥੀ ਉਲ ਪਰਵਾਸ ਹੈ। ਨਿਰੁਕਤ ਪ੍ਰਭਾ ਹੈ ਸदैवं ਸਦਾ ਹੈ। ਬੇਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ। ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ। ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ। ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਵਿੱਚੋਂ 128 ਤੋਂ ਲੈ ਕੇ ਕੁਝ ਸ਼ੰਤ ਆਪ ਜੀ ਨੇ ਸਰਵਣ ਕੀਤੇ ਹਨ। ਹਜ਼ੂਰ ਨੇ ਅੱਜ ਦੇ ਇਹਨਾਂ ਬਚਨਾਂ ਵਿੱਚ ਸੰਸਾਰ ਦੇ ਸਾਹਮਣੇ, ਧਾਰਮਿਕ ਜਗਤ ਦੇ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਐਸੀ ਹੋਂਦ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਉਹਦਾ ਆਦਿ ਨਾਮ ਕਹਿੰਦੇ ਨੇ। ਉਹਦਾ ਨਾਮ ਹਜ਼ੂਰ ਨੇ ਲਿਆ ਓੰਕਾਰ ਰੂਪੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਓੰਕਾਰ ਸ਼ਬਦ ਆਉਂਦਾ ਹੈ।
ਔਰ ਇੱਕ ਬਾਣੀ ਦਾ ਨਾਮ ਵੀ ਓੰਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਹੋਰ ਵੀ ਕਈ ਨਾਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਕਾਲ ਪੁਰਖ ਦੇ ਵਰਤੇ ਗਏ ਨੇ। ਆਪੋ ਆਪਣੇ ਧਰਮਾਂ ਅਨੁਸਾਰ ਸਾਰਿਆਂ ਨੇ ਸਾਰੇ ਧਰਮਾਂ ਦਾ ਇੱਕ ਤਜਰਬਾ ਹੈ ਕਿ ਅਕਾਲ ਪੁਰਖ ਦੇ ਵਿੱਚੋਂ ਇੱਕ ਸ਼ਬਦ ਪੈਦਾ ਹੋਇਆ ਹੈ, ਇੱਕ ਆਵਾਜ਼ ਪੈਦਾ ਹੋਈ ਹੈ ਔਰ ਉਸ ਆਵਾਜ਼ ਦੇ ਵਿੱਚੋਂ ਸਾਰਾ ਜਗਤ, ਸਾਰਾ ਸੰਸਾਰ ਬਣਿਆ ਹੈ। ਇਸ ਦੇਸ਼ ਦੇ ਅੰਦਰ ਇਸ ਨਾਮ ਦੀ ਵਰਤੋਂ ਆਦਿ ਕਾਲ ਤੋਂ ਕੀਤੀ ਗਈ ਹੈ, ਓੰਕਾਰ ਦੀ। ਵੇਦਾਂ ਵਿੱਚ, ਪੁਰਾਣਾਂ ਵਿੱਚ ਵੀ ਇਸ ਨਾਮ ਨੂੰ ਵਰਤਿਆ ਗਿਆ ਹੈ। ਹਜ਼ੂਰ ਨੇ ਇਹ ਨਾਮ ਜ਼ਰੂਰ ਵਰਤਿਆ। ਵੇਦਾਂ ਵਿੱਚ ਓੰਕਾਰ ਦੇ ਅਰਥ 3 ਦੇਵਤੇ ਕੀਤੇ ਗਏ ਨੇ: ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਖਤਮ ਕਰਨ ਵਾਲੀ ਸ਼ਕਤੀ। ਗੁਰੂ ਨਾਨਕ ਸਾਹਿਬ ਦਾ ਵਕਤ ਆਇਆ, ਉਹਨਾਂ ਨੇ ਕਿਹਾ ਨਹੀਂ, ਇਹ 3 ਨਹੀਂ, ਇੱਕ ਹੈ। ਇਸ ਕਰਕੇ ਅੱਗੇ ਲਿਖ ਦਿੱਤਾ ਇੱਕ ਓੰਕਾਰ। ਉਹਨਾਂ ਨੇ 3 ਦੀ ਗੱਲ ਖਤਮ ਕਰਕੇ ਇੱਕ ਤੇ ਗੱਲ ਖੜੀ ਕਰ ਦਿੱਤੀ। ਇੱਕ ਨਾਮ ਤੋਂ ਸਾਰਾ ਜਗਤ ਬਣਿਆ। ਉਹ ਨਾਮ ਕਿਹੜਾ ਹੈ? ਸਤਿਗੁਰਾਂ ਨੇ ਵੀ ਉਸ ਨਾਮ ਨੂੰ ਓੰਕਾਰ ਕਿਹਾ, ਪਰ ਉਹਦੇ ਅੱਗੇ ਇੱਕ ਲਾ ਦਿੱਤਾ। ਇਹ ਸਪਸ਼ਟ ਕਰ ਦਿੱਤਾ ਵੀ ਉਹ 2, 3, 4 ਜਾਂ 10 ਜਾਂ 33 ਕਰੋੜ ਨਹੀਂ ਹੈ, ਇੱਕੋ ਨਾਮ ਹੈ। ਬਾਣੀ ਵਿੱਚ ਵਾਰ-ਵਾਰ ਆਇਆ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਇੱਕ ਨਾਮ ਦੀ ਗੱਲ ਜਿੱਥੇ ਆਉਂਦੀ ਉੱਥੇ ਇਸ਼ਾਰਾ ਹੈ ਇੱਕ ਓੰਕਾਰ ਵੱਲ। ਸਤਿਗੁਰਾਂ ਦੀ ਬਾਣੀ ਵਿੱਚ ਮਨੁੱਖ ਦੇ ਜੀਵਨ ਨੂੰ ਰੱਬ ਨਾਲ ਸੰਬੰਧਿਤ ਕਰਨ ਵਾਸਤੇ ਜਿਹੜੀ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ ਉਹ ਸ਼ਬਦ ਹੈ, ਨਾਮ ਹੈ, ਹੋਰ ਕੋਈ ਤਰੀਕਾ ਨਹੀਂ। ਇੱਕ ਗੱਲ ਤੇ ਸਾਫ਼ ਹੈ, ਧਰਮੀ ਬੰਦੇ ਦਾ ਇੱਕ ਪ੍ਰਯੋਜਨ ਹੈ ਵੀ ਉਹਨੇ ਕਿਵੇਂ ਜੁੜਨਾ ਹੈ, ਉਹਦੀ ਲੋੜ ਹੈ, ਉਹਦੀ ਜ਼ਰੂਰਤ ਹੈ। ਜੇ ਜੁੜਿਆ ਨਹੀਂ ਉਹ ਧਰਮੀ ਹੈ ਹੀ ਨਹੀਂ। ਧਰਮੀ ਹੋਣ ਦੀ ਨਿਸ਼ਾਨੀ ਕੀ ਹੈ? ਜਿਹੜਾ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜਿਹਦਾ ਜੋੜ ਬਣ ਗਿਆ, ਸੰਬੰਧ ਬਣ ਗਿਆ, ਲਿੰਕ ਬਣ ਗਿਆ। ਤੇ ਜੇ ਇੱਕ ਧਰਮੀ ਬੰਦੇ ਵਿੱਚ ਸੰਬੰਧਿਤ ਹੋਣ ਦਾ ਕੋਈ ਵਿਸ਼ਾ ਹੀ ਨਹੀਂ, ਉਹ ਹੋਣਾ ਹੀ ਨਹੀਂ ਚਾਹੁੰਦਾ, ਫਿਰ ਉਹਨੇ ਡੌਂਗ ਇੱਕ ਪਖੰਡ ਕੀਤਾ ਧਰਮ ਦਾ। ਤੇ ਸਤਿਗੁਰਾਂ ਨੇ ਉਸ ਅਕਾਲ ਪੁਰਖ ਨਾਲ ਜੁੜਨ ਵਾਸਤੇ ਜਿਹੜੀ ਚੀਜ਼ ਦੀ ਵਰਤੋਂ ਕੀਤੀ ਗਈ, ਦੋਵਾਂ ਨੂੰ ਜਿਹੜੀ ਜੋੜਦੀ ਹੈ, ਉਹਦਾ ਨਾਮ ਲਿਆ। ਕਹਿੰਦੇ ਉਹ ਸ਼ਬਦ ਹੈ ਤੇ ਉਹਨੂੰ ਸਤਿਗੁਰੂ ਕਿਹਾ। ਤਾਂ ਹੀ ਬਚਨ ਕੀਤਾ ਵੀ ਸ਼ਬਦ ਸਤਿਗੁਰੂ ਜੋ ਹੈ ਉਹ ਅਕਾਲ ਪੁਰਖ ਦੀ ਦਰਗਾਹ ਦਾ ਵਿਚੋਲਾ ਹੈ। ਜੀਵ ਨੂੰ ਉਹਦੇ ਚਰਨਾਂ ਨਾਲ ਜੋੜਨ ਵਾਸਤੇ ਵਿੱਚ ਖੜਾ ਹੋ ਕੇ ਕੰਮ ਕਰਦਾ ਹੈ। ਤੁਸੀਂ ਬਚਨ ਪੜ੍ਹੋਗੇ ਜਿਹਦੇ ਵਿੱਚ ਸਾਹਿਬ ਕਹਿੰਦੇ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਇੱਥੇ ਸਤਿਗੁਰੂ ਦੇ ਅਰਥ ਕੀ ਹੋਣਗੇ? ਸਤਿਗੁਰੂ, ਸਤ ਦਾ ਅਰਥ ਸਦਾ ਕਾਇਮ ਰਹਿਣ ਵਾਲਾ, ਗੁਰੂ ਦਾ ਅਰਥ ਗੁਰੂ। ਉਹ ਗੁਰੂ ਜਿਹੜਾ ਸਦੀਵ ਕਾਇਮ ਰਹਿੰਦਾ। ਜੇ ਦੇਹ ਹੋਵੇ ਤਾਂ ਵੀ, ਤੇ ਜੇ ਦੇਹ ਦਾ ਤੇ ਇਹ ਨਿਯਮ ਹੈ ਵੀ ਸਦਾ ਵਾਸਤੇ ਰਹਿੰਦੀ ਨਹੀਂ। 10 ਗੁਰੂ ਸਾਹਿਬ ਆਏ, ਦੇਹ ਵਿੱਚ ਸਨ, ਸਰੀਰ ਵਿੱਚ ਸਨ, ਪਰ ਗੁਰੂ ਕੇ ਸਵਾਰਿਓ ਜਿੰਨਾ ਕੁ ਕੁਦਰਤੀ ਉਹਨਾਂ ਨੂੰ ਜਾਂ ਉਹਨਾਂ ਨੇ ਆਪ ਸਮਾਂ ਲਿਆ, ਉਹਨਾਂ ਚਿਰ ਉਹ ਦੇਹ ਵਿੱਚ ਰਹੇ ਤੇ ਫਿਰ ਉਹ ਦੇਹ ਤੋਂ ਵੱਖਰੇ ਹੋ ਗਏ। ਪਰ ਸਤਿਗੁਰੂ ਕੌਣ ਹੈ? ਸਤਿਗੁਰੂ ਸ਼ਬਦ ਕਿਵੇਂ ਹੈ? ਕਿਉਂਕਿ ਉਹ ਸਦਾ ਰਹਿੰਦਾ, ਉਹ ਕਾਇਮ ਹੀ ਹੈ, ਉਹ ਕਦੀ ਬਿਨਸਦਾ ਨਹੀਂ। ਇਸ ਲਈ ਸਿੱਖ ਨੂੰ ਕਿਹਦੇ ਨਾਲ ਜੋੜਿਆ? ਸਿੱਖ ਨੂੰ ਸਤਿਗੁਰੂ ਨਾਲ ਜੋੜਿਆ, ਸ਼ਬਦ ਨਾਲ ਜੋੜਿਆ ਹੈ। ਕਿਉਂਕਿ ਸ਼ਬਦ ਸਦੀਵੀ ਹੈ। ਮਨੁੱਖ ਤੇ ਵਕਤੀ ਹੈ ਨਾ ਵੀ ਉਹਦਾ ਜਨਮ ਕਿਸੇ ਸੰਨ ਵਿੱਚ ਹੋਇਆ ਸੀ, ਡੇਟ ਆਫ ਬਰਥ ਹੈ ਉਹਦੀ,
ਉਹ ਲਿਖਿਆ ਜਾਏਗਾ ਇੰਨੀ ਤਰੀਕ ਨੂੰ ਇਹਦਾ ਜਨਮ ਸੀ, ਫਿਰ ਉਹਦੀ ਉਹ ਤਾਰੀਖ ਆ ਜਾਏਗੀ ਜਦੋਂ ਉਹਦਾ ਖਾਤਮਾ ਹੋ ਗਿਆ, ਸਮਾਪਤੀ ਹੋ ਗਈ। ਪਰ ਸਤਿਗੁਰੂ ਕਹਿੰਦੇ ਜਿਹੜਾ ਸ਼ਬਦ ਹੈ ਨਾ, ਸਤਿਗੁਰੂ ਸ਼ਬਦ ਸਰੂਪ ਹੈ, ਉਹਦਾ ਕਦੀ ਨਾ ਜਨਮ ਨਾ ਕਦੀ ਉਹਦੀ ਮੌਤ, ਤੇ ਉਹੀ ਸਿਰਫ ਜੋੜ ਸਕਦਾ ਮਨੁੱਖ ਨੂੰ ਰੱਬ ਦੇ ਚਰਨਾਂ ਨਾਲ, ਹੋਰ ਕੋਈ ਨਹੀਂ ਜੋੜ ਸਕਦਾ, ਸ਼ਬਦ ਦੁਆਰਾ ਹੀ। ਹੁਣ ਇੱਥੇ ਸਵਾਲ ਪੈਦਾ ਹੋਵੇਗਾ, ਜਿਹੜੇ ਧਰਮਾਂ ਦਾ ਸ਼ਬਦ ਗੁਰੂ ਨੇ ਉਹ ਕਿਵੇਂ ਜੁੜਦੇ ਨੇ? ਕਿਉਂਕਿ ਧਰਮ ਤੇ ਕਰੀਬ 300 ਦੇ ਕਰੀਬ ਇਸ ਧਰਤੀ ਤੇ ਧਰਮ ਨੇ। ਇਹ ਸਵਾਲ ਬੜਾ ਵੱਡਾ ਹੈ ਵੀ ਸਿੱਖ ਜਗਤ ਤੇ ਕਹਿੰਦਾ ਵੀ ਸਾਡਾ ਗੁਰੂ ਹੈ ਸ਼ਬਦ, ਗੁਰੂ ਗ੍ਰੰਥ ਸਾਹਿਬ ਦੁਆਰਾ ਅਸੀਂ ਬਾਣੀ ਦੁਆਰਾ ਰੱਬ ਨਾਲ ਸਾਂਝ ਪਾਉਂਦੇ ਹਾਂ। ਤੇ ਦੂਜੇ ਜਿਹੜੇ ਇੰਨੇ ਧਰਮ ਨੇ, ਧਰਤੀ ਪਤਾ ਨਹੀਂ ਕਿੱਥੋਂ ਤੱਕ ਹੈ, ਕਿੱਥੋਂ ਤੱਕ, ਦੂਰ ਤੱਕ, ਤੇ ਫਿਰ ਇੱਕ ਧਰਤੀ ਨਹੀਂ, ਬ੍ਰਹਿਮੰਡ ਭਰਿਆ ਪਿਆ ਧਰਤੀਆਂ ਨਾਲ। ਇਹ ਤਾਂ ਅਸੀਂ ਸਿਰਫ ਛੋਟੇ ਜਿਹੇ ਦਾਇਰੇ ਵਿੱਚ ਜਿਉਂਦੇ ਹਾਂ, ਸਾਨੂੰ ਅਗਲੀ ਸਮਝ ਨਹੀਂ। ਜਿਨ੍ਹਾਂ ਨੇ ਦੇਖਿਆ ਜਾਣਿਆ ਉਹਨਾਂ ਨੇ ਕਿਹਾ ਵੀ ਧਰਤੀਆਂ ਵੀ ਕਈ ਨੇ। ਵਿਗਿਆਨ ਨੇ ਤਕਰੀਬਨ 50,000 ਧਰਤੀਆਂ ਦਾ ਤਜਰਬਾ ਕਰ ਵੀ ਲਿਆ ਵੀ 50,000 ਧਰਤੀਆਂ ਉਹਨਾਂ ਦੇ ਪਕੜ ਵਿੱਚ ਆ ਗਈਆਂ। ਤੁਸੀਂ ਕਦੀ ਸੋਚੋ 50,000 ਦੀ ਗਿਣਤੀ ਕਿੰਨੀ ਵੱਡੀ ਹੋਵੇਗੀ, ਔਰ ਸਾਰੀਆਂ ਤੇ ਜੀਵਨ ਹੈ, ਸਾਰੀਆਂ ਤੇ ਇਹ ਜੂਨਾਂ ਚੱਲ ਰਹੀਆਂ ਨੇ। ਉੱਥੇ ਵੀ ਭਾਸ਼ਾ ਹੈ, ਉੱਥੇ ਵੀ ਲੈਣ ਦੇਣ ਚੱਲਦਾ ਹੈ, ਉੱਥੇ ਵੀ ਸਭ ਲੋਕ ਇਸੇ ਤਰ੍ਹਾਂ ਨੇ। ਇਹ ਸਿਰਫ ਵਿਗਿਆਨ ਨੇ ਵੇਖਿਆ ਹੈ, ਪਰ ਇਹ ਜਿਹੜਾ ਪਸਾਰਾ ਪਤਾ ਨਹੀਂ ਕਿੰਨਾ ਹੈ। ਤਾਂ ਇੱਥੇ ਇੱਕ ਕਈ ਵਾਰੀ ਸਵਾਲ ਮੈਨੂੰ ਇੱਕ ਸੱਜਣ ਨੇ ਕੀਤਾ ਵੀ ਤੁਸੀਂ ਕਹਿੰਦੇ ਹੋ ਸ਼ਬਦ ਹੀ ਪਾਰ ਕਰ ਸਕਦਾ ਬੰਦੇ ਨੂੰ, ਦੂਜੇ ਗੁਰੂ ਨਹੀਂ, ਤੇ ਫਿਰ ਬਾਕੀਆਂ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਦੁਨੀਆ ਵਿੱਚ, ਉਹ ਕਿਵੇਂ ਤਰਦੇ ਨੇ ਸ਼ਬਦ ਤੋਂ ਬਿਨਾਂ? ਧਰਮ ਭਾਵੇਂ ਕੋਈ ਹੈ, ਭਾਵੇਂ ਕਿਸੇ ਧਰਮ ਦੇ ਬੰਦੇ ਦੀ ਸਾਂਝ ਰੱਬ ਨਾਲ ਬਣੀ ਹੈ, ਉਹ ਕਿਸੇ ਨਾ ਕਿਸੇ ਸ਼ਬਦ ਦੁਆਰਾ ਬਣੀ ਹੈ, ਕਿਸੇ ਨਾ ਕਿਸੇ ਅੱਖਰ ਦੁਆਰਾ ਬਣੀ। ਤੁਸੀਂ ਤਹਿ ਵਿੱਚ ਜਾਓਗੇ, ਸਾਰੇ ਧਰਮਾਂ ਨੂੰ ਫੋਲੋਗੇ, ਉਹਨਾਂ ਦੇ ਅੱਗੇ ਭਾਵੇਂ ਕੁਝ ਹੋਵੇ, ਕਿੰਨੇ ਸ਼ੰਕਰਾਚਾਰੀਆ ਨੇ, ਕਿੰਨੇ ਪੀਰ ਫਕੀਰ ਨੇ, ਕਿੰਨੇ ਉਪਨਿਸ਼ਦ ਨੇ, ਕਿੰਨੇ ਵੇਦ ਵੇਦਾਂਤ ਨੇ, ਕਈ ਕੁਝ ਆਵੇਗਾ। ਪਰ ਜਦੋਂ ਤੁਸੀਂ ਉਹਨਾਂ ਦੀ ਤਹਿ ਲਾਉਂਦੇ ਜਾਓਗੇ, ਅਵਤਾਰ ਆਉਣਗੇ, ਬੜਾ ਕੁਝ ਆਵੇਗਾ, ਪੈਗੰਬਰ ਆਉਣਗੇ ਵਿੱਚ, ਤੇ ਜਦੋਂ ਅਖੀਰ ਤੇ ਗੱਲ ਆਵੇਗੀ ਉੱਥੇ ਫਿਰ ਇਹ ਗੱਲ ਆਵੇਗੀ ਵੀ ਉਹਨਾਂ ਨੇ ਆਪਣੇ ਪਿੱਛੇ ਤੁਰਨ ਵਾਲੇ ਨੂੰ ਇਹ ਸ਼ਬਦ ਸਮਝਾਇਆ, ਉਹਦੇ ਨਾਲੋਂ ਜੁੜੇ, ਹੋਰ ਕੋਈ ਰਾਹ ਨਹੀਂ। ਗੁਰੂ ਸਾਹਿਬ ਨੇ ਇੱਕ ਤਰੀਕਾ ਬਣਾਇਆ ਵੀ ਜਿਹੜੇ ਰਾਹ ਵਿੱਚ ਆਉਣ ਵਾਲੇ ਨੇ ਉਹ ਟਾਈਮ ਬਹੁਤ ਖਰਾਬ ਕਰਦੇ, ਬੰਦੇ ਦਾ ਸਮਾਂ ਬਹੁਤ ਲਾਉਂਦੇ। ਮੈਂ ਡਾਇਰੈਕਟਲੀ ਸਿੱਧਾ ਉਹਦੇ ਤੱਕ ਲੈ ਕੇ ਜਾਵਾਂ ਮਨੁੱਖ ਨੂੰ ਕਿ ਭਟਕੇ ਨਾ ਰਾਹ ਵਿੱਚ, ਸਿੱਧਾ ਸ਼ਬਦ ਨਾਲ ਜੁੜ ਜਾਏ, ਇਹਨੂੰ ਸਮਾਂ ਨਾ ਲੱਗ ਜਾਏ। ਖਾਲਸੇ ਦੇ ਜਿਹੜੇ ਅਰਥ ਕੀਤੇ ਨੇ, ਅਖੀਰਲੇ ਅਰਥ ਉਹਦਾ ਇਹ ਹੈ ਅਰਥ ਖਾਲਸੇ ਦਾ ਅਰਥ ਜਿਹੜਾ ਡਾਇਰੈਕਟ ਸਿੱਧਾ ਹੀ ਸੰਪਰਕ ਕਰ ਸਕਦਾ ਹੈ, ਸਿੱਧਾ ਜੁੜ ਸਕਦਾ, ਉਹਨੂੰ ਵਿੱਚ ਲੋੜ ਨਹੀਂ ਪੈਂਦੀ ਤੀਰਥਾਂ ਦੀ, ਹੋਰ ਇਸ ਤਰ੍ਹਾਂ ਦੇ ਰੌਲਿਆਂ ਗੌਲਿਆਂ ਦੀ ਲੋੜ ਨਹੀਂ ਰਹਿੰਦੀ, ਸਿੱਧਾ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ। ਹਾਂ, ਇੱਕ ਗੱਲ ਨਾ ਭੁੱਲਣੀ, ਸ਼ਬਦ ਨਾਲ ਜੁੜਨ ਵਾਸਤੇ ਰਸਤੇ ਦੇ ਅੰਦਰ ਸਾਧ ਸੰਗਤ ਦੀ ਵਰਤੋਂ ਸਿੱਖ ਨੂੰ ਜ਼ਰੂਰ ਕਰਨੀ ਪਏਗੀ, ਸਿੱਧਾ ਨਹੀਂ। ਇੱਕ ਚੀਜ਼ ਜ਼ਰੂਰ ਰਾਹ ਵਿੱਚ ਆ ਜਾਏਗੀ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫਰਮਾਨ ਹੈ। ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ, ਸੰਗਤ ਵਿੱਚ ਆਵੇਗੀ, ਸਾਧ ਸੰਗਤ ਕਰਨੀ ਪਏਗੀ। ਭਗਤ ਜੀ ਨੇ ਵੀ ਬਚਨ ਕੀਤਾ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ, ਸਤ ਸੰਗਤ ਤੁਹਾਨੂੰ ਕਰਨੀ ਪਏਗੀ। ਹੋਰ ਬਚਨ ਕੀਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਕਿਹੜਾ ਤਰੀਕਾ ਹੈ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲੈਣਾ। ਇਹ ਸ਼ਬਦ ਤੇ ਸਾਧ ਸੰਗਤ, ਗੁਰੂ ਕਾ ਸ਼ਬਦ
ਜਾਂ ਇਉਂ ਕਹੋ ਆਪ ਹੀ ਸ਼ਬਦ ਗੁਰੂ ਹੈ। ਤੇ ਉਹਦੇ ਵਿੱਚ ਵਿਚੋਲਾ ਕੌਣ ਬਣਿਆ ਸ਼ਬਦ ਤਾਂ ਕੌਣ ਦਾ, ਉਹਨੂੰ ਕਿਹਾ ਸਤਿਗੁਰਾਂ ਨੇ ਉਹ ਸਰੀਰ, ਉਹ ਲੋਕ, ਉਹਨੂੰ ਸਾਧ ਸੰਗਤ ਕਿਹਾ, ਜਿਹੜੇ ਗੁਰਮੁਖ ਜਨ ਨੇ, ਜਿਨ੍ਹਾਂ ਦੀ ਸੰਗਤ ਕਰਕੇ ਬੰਦਾ ਸ਼ਬਦ ਨਾਲ ਸਾਂਝ ਬਣਾ ਸਕਦਾ ਤੇ ਸ਼ਬਦ ਅੱਗੇ ਫਿਰ ਰੱਬ ਨਾਲ ਸਾਂਝ ਬਣਾ ਸਕਦਾ। ਇਹ ਗੁਰਮਤ ਦਾ ਇਹ ਸਾਰਾ ਲੈਸਨ ਇੱਥੇ ਸਮਾਪਤ ਹੋ ਜਾਂਦਾ ਹੈ। ਇਹ ਦੋ ਚੀਜ਼ਾਂ ਨੇ ਗੁਰਮਤ ਵਿੱਚ, ਤੀਜੀ ਹੈ ਹੀ ਨਹੀਂ ਹੈ। ਸਾਧ ਸੰਗਤ ਤੇ ਗੁਰੂ ਕਾ ਸ਼ਬਦ। ਅੱਜ ਜੋ ਸ਼ਬਦ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਉਹ ਕਹਿੰਦੇ ਓੰਗ ਆਦ ਰੂਪ ਹੈ। ਹੁਣ ਮੈਂ ਅਗਲੀ ਗੱਲ ਕਹਾਂ, ਕਿਉਂਕਿ ਨਾਮ ਜਿਹੜੀ ਹੈ ਉਹ ਨਾਮ ਹੀ ਬੇੜੀ ਹੈ, ਪਾਰ ਕਰਨ ਦੀ ਹੋਰ ਕੋਈ ਤਰੀਕਾ ਨਹੀਂ। ਜਾਂ ਇਉਂ ਕਹੋ ਜਿਹੜਾ ਵੀ ਧਰਮੀ ਮਨੁੱਖ ਇਸ ਰਾਹ ਤੇ ਤੁਰਿਆ, ਜਿਹਨੂੰ ਨਾਮ ਦੀ ਸ਼ਬਦ ਦੀ ਸੋਝੀ ਨਹੀਂ, ਗੁਰੂ ਸਾਹਿਬ ਨੇ ਕਿਹਾ ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ। ਬੜੇ ਤਾੜਨਾ ਕੀਤੀ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਬੜਾ ਸਖਤ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਬੰਦਾ ਸ਼ਬਦ ਨਾਲ ਨਹੀਂ ਜੁੜਿਆ, ਚੰਗਾ ਹੁੰਦਾ ਉਹਦੀ ਮਾਂ ਜਿਹੜੀ ਹੈ ਬਾਂਝ ਹੋ ਜਾਂਦੀ, ਉਹ ਜਨਮ ਹੀ ਨਾ ਲੈਂਦਾ। ਕਿਉਂ ਆਇਆ ਇੱਥੇ, ਕੀ ਲੋੜ ਸੀ, ਭੀੜ ਵਧਾ ਦਿੱਤੀ, ਬੋਝ ਵਧਾ ਦਿੱਤਾ ਧਰਤੀ ਦਾ। ਤਾਂ ਵਾਕਈ ਜਦੋਂ ਗੁਰੂ ਨੂੰ ਇੰਨਾ ਸਖਤ ਕਹਿਣਾ ਪਿਆ ਤੇ ਕੰਮ ਬੜਾ ਜ਼ਰੂਰੀ ਲੱਗਦਾ ਹੈ। ਐਵੇਂ ਨਹੀਂ ਵੀ ਗਾਹੇ ਬਗਾਹੇ ਗਿਆਨ ਬੋਲ ਦਿੱਤਾ, ਜਿਹਨੇ ਕਰਨਾ ਕਰ ਲਓ, ਨਹੀਂ ਕਰਨਾ ਨਾ ਕਰੋ, ਇਹ ਗੱਲ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਜੇ ਤੂੰ ਨਹੀਂ ਸ਼ਬਦ ਨਾਲ ਜੁੜਿਆ ਤੇ ਤੇਰੀ ਹਾਲਤ ਐਸੀ ਵੀ ਜਦੋਂ ਤੂੰ ਰੋਟੀ ਖਾ ਕੇ ਇਹ ਝੂਠੇ ਭਾਂਡੇ ਤੂੰ ਧੋਣ ਲਈ ਰੱਖ ਦੇਣਾ ਹੈ ਤੇ ਬਾਹਰੋਂ ਆਇਆ ਕੁੱਤਾ ਉਸ ਝੂਠ ਨੂੰ ਖਾਂਦਾ। ਜੇ ਤੇਰੀ ਸਾਂਝ ਸ਼ਬਦ ਨਾਲ ਨਹੀਂ ਬਣੀ, ਤੇਰੇ ਤੇ ਉਸ ਕੁੱਤੇ ਵਿੱਚ ਕੋਈ ਫਰਕ ਨਹੀਂ ਜਿਹੜਾ ਝੂਠ ਖਾਂਦਾ ਹੈ। ਨਾਮ ਬਿਨਾ ਜੋ ਪਹਿਰੇ ਖਾਏ, ਔਰ ਕੱਲਾ ਖਾਣਾ ਨਹੀਂ, ਕਹਿਣ ਲੱਗੇ ਪਹਿਨਣਾ ਵੀ ਤੇਰਾ ਉਸੇ ਤਰ੍ਹਾਂ ਦਾ ਹੀ ਹੈ, ਕੱਲਾ ਖਾਣਾ ਨਹੀਂ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਕਈ ਅਮੀਰ ਲੋਕ ਨੇ ਜਾਂ ਵਿਦੇਸ਼ ਵਿੱਚ ਜਾਂ ਬਹੁਤੇ ਅਮੀਰ ਵੱਡੇ ਵੱਡੇ ਸ਼ਹਿਰਾਂ ਵਿੱਚ ਤੁਸੀਂ ਜਾਓ, ਉੱਥੇ 2-2 ਕਨਾਲਾਂ ਵਿੱਚ 1 ਏਕੜ ਵਿੱਚ ਇੱਕ ਘਰ ਹੈ, ਕੋਠੀ ਹੈ। ਜਦੋਂ ਵਿੱਚ ਝਾਤੀ ਮਾਰੂ ਬੰਦਾ ਦਿਸਦਾ ਨਹੀਂ, ਬਸ 1-2 ਸਰੀਰ ਹੈ, ਬਸ ਇੱਕ ਸਰੀਰ ਹੈ ਤੇ ਇੱਕ ਕੁੱਤਾ ਹੈ। ਉਹ ਕੁੱਤੇ ਨੂੰ ਸੰਗਲੀ ਪਾ ਕੇ ਨਾਲ ਤੁਰਦੇ ਨੇ। ਮਨੁੱਖ ਨਾਲ ਮਨੁੱਖ ਤੇ ਹੁਣ ਰਹਿ ਨਹੀਂ ਸਕਦਾ। ਪਤੀ ਦਾ ਕੁੱਤਾ ਵੱਖਰਾ ਹੈ, ਪਤਨੀ ਦਾ ਵੱਖਰਾ ਹੈ, ਕਿਉਂਕਿ ਉਹਨਾਂ ਦੀ ਆਪਸ ਵਿੱਚ ਕੋਈ ਸਾਂਝ ਤੇ ਹੈ ਨਹੀਂ। ਹੁਣ ਉਹਨਾਂ ਨੇ ਆਪਣੀ ਜ਼ਿੰਦਗੀ ਤਾਂ ਬਤੀਤ ਕਰਨੀ ਹੈ, ਇਸ ਕਰਕੇ ਦੋਵਾਂ ਨੇ ਕੁੱਤੇ ਰੱਖ ਲਏ ਵੱਖਰੇ ਉਹਨਾਂ ਨੂੰ। ਤੇ ਅਮੀਰ ਬੜੇ ਨੇ, ਤੁਸੀਂ ਵੇਖੋਗੇ ਠੰਡ ਦੇ ਦਿਨਾਂ ਵਿੱਚ ਅਮੀਰ ਘਰਾਣਿਆਂ ਦੇ ਜਿਹੜੇ ਕੁੱਤੇ ਨੇ, ਉਹਨਾਂ ਕੋਲ ਮਾਇਆ ਇੰਨੀ ਵੀ ਉਹ ਆਪਣੇ ਕੁੱਤਿਆਂ ਨੂੰ ਵੀ ਬੜੇ ਬੜੇ ਕੀਮਤੀ ਵਸਤਰ ਕਈ ਵਾਰੀ ਪਵਾ ਦਿੰਦੇ ਸਰੀਰ ਤੇ ਠੰਡ ਤੋਂ ਬਚਾਉਣ ਲਈ। ਸਤਿਗੁਰੂ ਨੇ ਬਚਨ ਕਹਿ ਦਿੱਤਾ, ਕਹਿਣ ਲੱਗੇ ਜੇ ਤੂੰ ਸ਼ਬਦ ਨਾਲ ਨਾਮ ਨਾਲ ਸਾਂਝ ਨਹੀਂ ਪਾਈ ਤੇ ਸੱਜਣਾ ਬਸ ਉਹ ਕੁੱਤਾ ਸਮਝ ਆਪਣੇ ਆਪ ਨੂੰ ਜਿਹਨੇ ਬੜਾ ਕੀਮਤੀ ਵਸਤਰ ਆਪਣੇ ਸਰੀਰ ਤੇ ਪਹਿਨਿਆ ਹੈ, ਇਹਦੇ ਤੋਂ ਵੱਧ ਕੁਝ ਨਹੀਂ। ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਕਹਿੰਦੇ ਕਿਸੇ ਬੰਦੇ ਦੀ ਮੌਤ ਹੋ ਜਾਏ ਤੇ ਉਹਦਾ ਇਸ਼ਨਾਨ ਪਾਣੀ ਕਰਾ ਕੇ ਘਰ ਦੇ ਬੜੇ ਕਈ ਵਾਰੀ ਕੀਮਤੀ ਕੱਪੜੇ ਉਹਨੂੰ ਪਵਾ ਦਿੰਦੇ, ਫੁੱਲ ਬੂਟੇ ਵੀ ਲਾ ਦਿੰਦੇ, ਸੋਹਣੇ ਸੋਹਣੇ ਕੰਬਲ ਖਰੀਦ ਕੇ ਉੱਤੇ ਪਾ ਦਿੰਦੇ ਨੇ। ਕਹਿਣ ਲੱਗੇ ਇਉਂ ਪ੍ਰਤੀਤ ਹੁੰਦਾ ਹੈ ਜੇ ਤੇਰੀ ਸਾਂਝ ਸ਼ਬਦ ਨਾਲ ਨਹੀਂ ਬਣੀ, ਸ਼ਬਦ ਸਤਿਗੁਰੂ ਨਾਲ ਤੇਰਾ ਪਿਆਰ ਨਹੀਂ ਬਣਿਆ, ਬਸ ਤੇਰੇ ਉੱਤੇ ਵੀ ਮਹਿੰਗੇ ਕੱਪੜੇ ਬਸ ਉਸੇ ਤਰ੍ਹਾਂ ਦੇ ਜੋ ਮੁਰਦੇ ਨੂੰ ਪਹਿਨ ਆਏ ਨੇ। ਇਹ ਗੱਲ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਇਸ ਲਈ ਮੈਂ ਕਈ ਵਾਰੀ ਕਹਿਣਾ, ਇਸ ਗੁਰੂ ਨੂੰ ਮੱਥਾ ਵੀ ਟੇਕੋ ਪਰ ਇਸ ਗੁਰੂ ਦੀ ਗੱਲ ਵੀ ਸੁਣੋ, ਨਹੀਂ ਤੇ ਗੱਲ ਸਮਝ ਵਿੱਚ ਨਹੀਂ ਆਏਗੀ। ਇਸ ਧਰਤੀ ਤੇ ਇੱਕ ਇਸ ਤਰ੍ਹਾਂ ਦਾ ਗੁਰੂ ਹੈ ਜਿਹੜਾ ਤੁਹਾਨੂੰ ਮਜਬੂਰ ਨਹੀਂ ਕਰਦਾ ਵੀ ਮੈਨੂੰ ਕੁਝ ਜ਼ਰੂਰ ਇਹ ਦਿਓ, ਜੋ ਦਿਓ
ਉਹ ਮੋੜਦਾ ਨਹੀਂ। ਨਾ ਇਹ ਕਹਿੰਦਾ ਮੇਰੀ ਗੱਲ ਸੁਣੋ, ਜੇ ਕੋਈ ਸੁਣੇ ਤੇ ਸੁਣਾ ਵੀ ਦਿੰਦਾ। ਇਹ ਬੜਾ ਵੱਡਾ ਗਿਆਨ ਹੈ। ਹਾਂ, ਇਸ ਧਰਤੀ ਤੇ ਬੜੇ ਬੜੇ ਇਹ ਭਗਵਾਨ ਪਰਮਾਤਮਾ ਬੰਦੇ ਨੇ ਬਣਾਏ ਨੇ ਜਿਹੜੇ ਬੋਲਦੇ ਨਹੀਂ, ਜਿਨ੍ਹਾਂ ਦੇ ਵਿੱਚ ਗਿਆਨ ਹੀ ਨਹੀਂ ਹੈ, ਤਾਂ ਉਹ ਨਹੀਂ ਕੰਮ ਦਿੰਦੇ। ਵੈਸੇ ਬੰਦੇ ਨੂੰ ਚਾਹੀਦਾ ਰੱਬ ਇਸੇ ਤਰ੍ਹਾਂ ਦਾ ਜਿਹੜਾ ਬੋਲੇ ਨਾ, ਬੋਲੇ ਨਾ, ਬਸ ਅੱਗੇ ਫੁੱਲ ਰੱਖੇ, ਪ੍ਰਸ਼ਾਦ ਚੜਾਇਆ, ਪਰਿਕਰਮਾ ਕੀਤੀਆਂ, ਢੋਲਕੀ ਛੈਣਿਆਂ ਨਾਲ ਕੀਰਤਨ ਕੀਤਾ, ਬਸ ਵਧੀਆ ਵਧੀਆ ਸਭ ਕੁਝ ਕਰ ਦਿੱਤਾ ਭੇਟਾ। ਤੇ ਜਦੋਂ ਗੁਰੂ ਬੋਲਣ ਲੱਗਾ ਉਦੋਂ ਕੰਨ ਬੰਦ ਕਰਕੇ ਚਲੇ ਗਿਆ ਵੀ ਅਸੀਂ ਨਹੀਂ ਸੁਣਨਾ ਸੀ ਤੇ ਸਿਰਫ ਚੀਜ਼ਾਂ ਦੇਣ ਆਏ ਸੀ। ਇਸ ਤਰ੍ਹਾਂ ਦਾ ਰੱਬ, ਇਸ ਤਰ੍ਹਾਂ ਦਾ ਗੁਰੂ ਬੰਦਾ ਖੋਜਦਾ ਰਹਿੰਦਾ ਹੈ, ਜਿਹੜਾ ਬੋਲੇ ਨਾ, ਜਿਹੜਾ ਕਵੇ ਕੁਝ ਨਾ, ਜਿਹੜਾ ਸਾਡੀ ਜ਼ਿੰਦਗੀ ਦਾ ਜਵਾਬ ਨਾ ਮੰਗੇ ਵੀ ਤੂੰ ਸੱਜਣਾ ਇਹ ਪਿਛਲੇ 12 ਘੰਟੇ ਕਿੱਥੇ ਬਿਤਾਏ ਨੇ, ਦੱਸ ਕੀ ਕਰਕੇ ਆਇਆ, ਇਹਦਾ ਜਵਾਬ ਨਾ ਮੰਗੇ। ਤੇ ਬਣਾਏ ਨੇ ਬੰਦੇ ਨੇ ਬੜੇ ਰੱਬ ਇਸ ਤਰ੍ਹਾਂ ਦੇ, ਜਿਹੜੇ ਸਾਡੀ ਵਾਸ਼ਨਾ ਨੂੰ ਹੋਰ ਵੱਡਾ ਕਰਦੇ ਨੇ। ਗੁਰੂ ਤੇ ਉਹ ਜਿਹੜਾ ਸਿੱਖ ਦੀ ਮੰਗ ਦੇ ਅਨੁਸਾਰ ਨਾ ਬੋਲੇ ਵੀ ਸਿੱਖ ਕੀ ਸੁਣਨਾ ਚਾਹੁੰਦਾ ਹੈ, ਗੁਰੂ ਉਹਨੂੰ ਕਹਿੰਦੇ ਨੇ। ਉਹ ਕਦੀ ਗੁਰੂ ਨਹੀਂ ਹੁੰਦਾ ਜਿਹੜਾ ਲੋਕਾਂ ਨੂੰ ਵੇਖ ਕੇ ਵੀ ਭੀੜ ਕਿਵੇਂ ਇਕੱਠੀ ਕਰਨੀ ਹੈ, ਵੀ ਜਿੰਨੇ ਇਹ ਕੋਈ ਪੈਮਾਨਾ ਨਹੀਂ ਵੀ ਕਿਹੜੀ ਥਾਂ ਤੇ ਕਿੰਨੇ ਲੱਖ ਲੋਕ ਆਉਂਦੇ ਨੇ, ਔਰ ਉੱਥੇ ਸੁਚੇਤ ਵੀ ਰਹਿਣਾ। ਜਿੱਥੇ ਭੀੜ ਹੁੰਦੀ ਹੈ, ਜਿੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦਾ, ਜ਼ਰੂਰੀ ਨਹੀਂ ਵੀ ਉੱਥੇ ਸਾਰੇ ਬੰਦੇ ਧਾਰਮਿਕ ਹੋਣਗੇ। ਲੋਕ ਤਾਂ ਚੱਲਦੀ ਕੋਈ ਹਵਾ ਦੇ ਨਾਲ ਛੱਜ ਲਾਉਂਦੇ ਨੇ, ਜਿੱਥੇ ਭੀੜ ਵਧਣ ਲੱਗੇ ਉੱਥੇ ਜ਼ਿਆਦਾ ਆ ਜਾਂਦੇ, ਜਿੱਥੇ ਘਟਣ ਲੱਗੇ ਉੱਥੇ ਘਟ ਜਾਂਦੇ ਨੇ। ਇਸ ਲਈ ਪੂਰੇ ਗੁਰੂ ਦਾ ਇਹ ਗਿਆਨ ਹੈ। ਉਹ ਕਹਿੰਦੇ ਨੇ ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸ਼ਿੰਗਾਰ। ਫਿਰ ਇੱਕ ਹੋਰ ਵੀ ਗੱਲ ਕੀਤੀ, ਕਹਿਣ ਲੱਗੇ ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਕੱਲੇ ਸੰਸਾਰੀ ਨਹੀਂ, ਧਾਰਮਿਕ ਬੰਦਿਆਂ ਨੂੰ ਵੀ ਸੁਚੇਤ ਕਰ ਦਿੱਤਾ। ਕਹਿਣ ਲੱਗੇ ਨਾਮ ਤਾਂ ਤੇਰੀ ਜ਼ਿੰਦਗੀ ਵਿੱਚ ਹੈ ਨਹੀਂ, ਸ਼ਬਦ ਨਾਲ ਤੇ ਤੂੰ ਸਾਂਝ ਪਾਈ ਨਹੀਂ, ਪਰ ਕਰਮ ਬੜੇ ਕਰਨਾ, ਕਰਮ ਬਹੁਤ ਵਧੀਆ ਕਰਨਾ। ਧਾਰਮਿਕ ਕਰਮ ਦਾ ਮਤਲਬ ਕਰਮ ਇੰਦਰੀਆਂ ਨਾਲ ਕਰਮ ਕਰਨੇ। ਆ ਕਰਮ ਇੰਦਰੀ ਨੇ ਹੱਥ ਪੈਰ, ਤੁਰ ਕੇ ਧਾਰਮਿਕ ਥਾਂ ਤੇ ਵੀ ਜਾਣਾ ਹੈ, ਹੱਥਾਂ ਨਾਲ ਉੱਥੇ ਜਾ ਕੇ ਤੂੰ ਕੰਮਕਾਰ ਵੀ ਕਰ ਲੈਣਾ, ਅੱਖਾਂ ਖੋਲ ਕੇ ਤੂੰ ਗੁਰੂ ਦੇ ਦਰਸ਼ਨ ਵੀ ਕਰ ਲੈਣਾ, ਤੇ ਕੰਨਾਂ ਦੇ ਨਾਲ ਤੂੰ ਕਹਿੰਦੇ ਸੁਣਦਾ ਵੀ ਹੈ। ਇਹ ਕਰਮ ਇੰਦਰੀ ਨੇ ਸਾਰੇ, ਇਹ ਕਰਮ ਨੇ। ਤੂੰ ਕਰਮ ਕਰ ਲੈਣਾ, ਪਰ ਉਸ ਕਰਮ ਨੂੰ ਧਰਮ ਵਿੱਚ ਤਬਦੀਲ ਨਹੀਂ ਕਰਦਾ, ਕਰਮ ਤੱਕ ਰਹਿ ਜਾਂਦੀ ਗੱਲ। ਫਿਰ ਤੂੰ ਵੀ ਯਾਦ ਰੱਖੀ ਵੀ ਇਹ ਭਾਵੇਂ ਤੂੰ ਕਰੋੜਾਂ ਵਾਰੀ ਕਰ ਲਈ, ਭਾਵੇਂ ਤੂੰ ਕਿੰਨਾ ਵੱਡਾ ਮੰਨਿਆ ਪਰਮੰਨਿਆ ਧਾਰਮਿਕ ਹੋ ਜਾਏ, ਰਾਵਣ ਤੋਂ ਵੱਧ ਤਾਂ ਨਹੀਂ ਹੋ ਸਕਦਾ। ਚਾਰੇ ਵੇਦ ਜ਼ੁਬਾਨੀ ਕੰਠ, ਜ਼ੁਬਾਨੀ ਬਿਲਕੁਲ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ। ਅਸੀਂ ਤਾਂ ਕਥਾ ਸ਼ੁਰੂ ਕਰੋ, ਗੁਰੂ ਕਿਰਪਾ ਕਰੇ ਜੇ 2-4 ਮਿੰਟ ਦੀ ਗੱਲ ਸਮਝ ਵਿੱਚ ਆ ਜਾਏ, ਨਹੀਂ ਤੇ ਬਾਹਰ ਜਾ ਕੇ ਪੁੱਛੋ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਇੰਨਾ ਵੱਡਾ ਬੰਦਾ ਜਿਹਨੂੰ 4 ਵੇਦ, ਜਿਹਦਾ ਇੱਕ ਸ਼ਲੋਕ ਪੜ੍ਹਨਾ ਬੜਾ ਔਖਾ, ਰਾਵਣ ਨੂੰ ਕੰਠ ਸਨ ਜ਼ੁਬਾਨੀ, ਯਾਦ ਸਨ। ਕਰਮ ਬੜਾ ਚੰਗਾ ਸੀ, ਕਰਮ ਬਹੁਤ ਚੰਗਾ ਸੀ, ਪਰ ਗੁਰੂ ਕੇ ਸਵਾਰਿਓ ਨਾਮ ਨਹੀਂ ਸੀ, ਸ਼ਬਦ ਨਾਲ ਪਿਆਰ ਨਹੀਂ ਸੀ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਕਹਿਣ ਲੱਗੇ ਜਿੰਨੇ ਮਰਜ਼ੀ ਸੱਜਣਾ ਧਾਰਮਿਕ ਕਰਮ ਕਰ ਲੈ, ਨਾਮ ਨਾਲ ਸਾਂਝ ਨਹੀਂ ਪਾਉਂਦਾ, ਇਹਨਾਂ ਕਰਮਾਂ ਨੇ ਤੈਨੂੰ ਨਰਕ ਵਿੱਚ ਜਾਣ ਤੋਂ ਨਹੀਂ ਬਚਾਉਣਾ, ਨਹੀਂ ਬਚਾ ਸਕਦੇ, ਬਿਲਕੁਲ ਹੈ। ਵੇਖੋ ਇੱਥੇ ਅਸੀਂ ਇਹ ਲਿੰਬਾ ਪੋਚੀ ਜਿੰਨੀ ਮਰਜ਼ੀ ਕਰੀ ਜਾਏ ਵੀ ਕਿਤੇ ਸ਼ਰਧਾ ਨਾ ਟੁੱਟ ਜਾਏ, ਲੋਕਾਂ ਦੀ ਭਾਵਨਾ ਖਤਮ ਨਾ ਹੋ ਜਾਏ ਕਿਤੇ। ਯਾਦ ਰੱਖੋ ਕਿਸੇ ਵੀ ਚੀਜ਼ ਨੂੰ ਬਹੁਤਾ ਨਹੀਂ ਲਮਕਾਇਆ ਜਾ ਸਕਦਾ, ਕੁਝ ਨਾ ਕੁਝ ਤੇ ਉਹਨੂੰ ਚੋਟ ਮਾਰਨੀ ਪਏਗੀ। ਜਦੋਂ ਗੁਰੂ ਕਹਿ ਰਹੇ ਨੇ ਤੇ ਗੁਰੂ ਨੂੰ ਪਤਾ ਸੀ ਵੀ ਇਸ ਤਰ੍ਹਾਂ ਦੇ ਧਾਰਮਿਕ ਬੰਦਿਆਂ ਦੀ ਕੋਈ ਕਮੀ ਨਹੀਂ, ਜਿਹੜੇ ਗਿਆਨ ਬੜਾ ਜਾਣਦੇ ਨੇ, ਜਿਹੜੇ ਪੁੰਨ ਦਾਨ ਵੀ ਬੜੇ ਕਰ ਲੈਂਦੇ ਨੇ। ਇਹ ਸਾਰੇ ਭਾਵਨਾ ਦੀ ਗੱਲ ਨੇ,
ਪਰ ਜਦੋਂ ਗੱਲ ਆਉਂਦੀ ਹੈ ਗੁਰੂ ਦੀ ਮੱਤ ਦੀ ਕਿ ਗੁਰੂ ਨੇ ਕਿਹਾ ਕੀ ਹੈ, ਉਦੋਂ ਦੇ ਦਿੰਦੇ ਨੇ ਜਵਾਬ। ਕਹਿੰਦੇ ਹੋਰ ਬੜੇ ਸਿੱਖ ਨੇ, ਉਹ ਕਮਾ ਲੈਣਗੇ, ਅਸੀਂ ਥੋੜ੍ਹੀ ਲੱਗਣਾ ਗੁਰੂ ਦੇ ਕਹੇ ਤੇ। ਉਦੋਂ ਸੱਚੇ ਪਾਤਸ਼ਾਹ ਨੇ ਕਿਹਾ ਬਈ ਅਵਰ ਕਰਤੂਤ ਸਗਲੀ ਜਮ ਡਾਨੈ। ਇਹ ਬਚਨ ਤੁਸੀਂ ਸੁਖਮਣੀ ਸਾਹਿਬ ਬਾਣੀ ਵਿੱਚ ਪੜ੍ਹੋ। ਕਰਤੂਤ ਦਾ ਮਤਲਬ ਕੀ ਹੁੰਦਾ? ਕਰਤੂਤ ਦਾ ਮਤਲਬ ਜਿਹੜਾ ਕਰਮ ਅਸੀਂ ਕਰਨੇ ਆ ਜ਼ਿੰਦਗੀ ਵਿੱਚ, ਕਰਤੂਤਾਂ ਜਿਨ੍ਹਾਂ ਨੂੰ ਕਹਿੰਦੇ ਨੇ, ਕਰਮ ਕਹਿੰਦੇ ਨੇ। ਹੋਰ ਕਹਿੰਦੇ ਜਿੰਨੀਆਂ ਮਰਜ਼ੀ ਚੰਗੀਆਂ ਕਰਤੂਤਾਂ ਕਰ ਲਓ, ਅਵਰ ਕਰਤੂਤ ਸਗਲੀ, ਸਗਲੀ ਦਾ ਅਰਥ ਹੈ ਸਾਰੀਆਂ, ਜਮ ਡਾਨੈ। ਜਦੋਂ ਕੋਈ ਬੰਦਾ ਬੜੀਆਂ ਬੜੀਆਂ ਸੋਹਣੀਆਂ ਕਰਤੂਤਾਂ ਇੱਥੋਂ ਕਰਕੇ ਜਾਂਦਾ ਹੈ, ਬਈ ਲੰਗਰ ਲਾਇਆ ਸੀ, ਛਬੀਲ ਲਾਈ ਸੀ, ਇਹ ਛੋਲੇ ਪੂਰੀਆਂ ਵਰਤਾਈਆਂ ਸਨ, ਸੜਕ 'ਤੇ ਰੱਸੇ ਬੰਨ੍ਹ ਬੰਨ੍ਹ ਕੇ ਲੋਕਾਂ ਨੂੰ ਜਲੇਬ ਖਵਾਏ ਸਨ, ਕੱਪੜੇ ਵੰਡੇ ਸਨ, ਗੁਰਦੁਆਰਾ ਇਕੱਲੇ ਨਹੀਂ ਬਣਵਾ ਦਿੱਤਾ ਸੀ। ਬੜੇ ਸੋਹਣੇ ਕੰਮ ਨੇ, ਕੋਈ ਛੋਟੀ ਗੱਲ ਥੋੜ੍ਹੀ ਹੈ। ਬੰਦਾ ਤੇ ਇੱਕ ਬੰਦੇ ਨੂੰ ਰੋਟੀ ਨਹੀਂ ਖਵਾਉਂਦਾ, ਇੰਨਿਆਂ ਨੂੰ ਖਵਾਉਣੀ ਬੜੀ ਚੰਗੀ ਗੱਲ ਹੈ। ਇਹਦਾ ਅਰਥ ਇਹ ਨਾ ਕੱਢਣਾ ਵੀ ਗੁਰੂ ਸਾਹਿਬ ਚੰਗੀਆਂ ਕਰਤੂਤਾਂ, ਚੰਗੇ ਕੰਮਾਂ ਤੋਂ ਰੋਕ ਰਹੇ ਨੇ ਤੇ ਕਹਿੰਦੇ ਨੇ ਨਾ ਕਰਿਆ ਕਰ। ਨਹੀਂ, ਅਸੀਂ ਗੁਰਬਾਣੀ ਦੇ ਅਰਥ ਕਰਨ ਲੱਗਿਆਂ ਕਈ ਵਾਰੀ ਛੋਟੇ ਦਾਇਰੇ ਵਿੱਚ ਅਰਥ ਕਰ ਜਾਂਦੇ ਹਾਂ ਵੀ ਗੁਰੂ ਸਾਹਿਬ ਨੇ ਰੋਕ ਦਿੱਤਾ ਵੀ ਚੰਗੇ ਕੰਮ ਨਾ ਕਰੀ। ਨਹੀਂ, ਇਹਦਾ ਕੋਈ ਅਰਥ ਨਹੀਂ। ਗੁਰਬਾਣੀ ਨੇ ਤੇ ਇਹ ਵੀ ਕਿਹਾ ਹੈ ਨਾ ਕਿ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਜਿਹੜੇ ਕੰਮਾਂ ਦੇ ਵਿੱਚ ਚੰਗਿਆਈ ਨਹੀਂ ਤੂੰ ਉਹਨਾਂ ਨੂੰ ਛੱਡ ਦੇ। ਜੇ ਨਾ ਛੱਡਿਆ ਫਿਰ ਕੀ ਕਹਿਣ ਲੱਗੇ, ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ। ਕਰਤੂਤ ਚੰਗੀ ਕਰਨ ਤੋਂ ਰੋਕਿਆ ਨਹੀਂ। ਹਜ਼ੂਰ ਨੇ ਤੇ ਸਗੋਂ ਇੱਥੋਂ ਤੱਕ ਕਿਹਾ ਵੀ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ। ਪਰ ਚੰਗਿਆਈ ਕਰਨ ਵਾਲੇ ਨੂੰ ਇੱਕ ਗੱਲ ਸਮਝਾ ਦਿੱਤੀ ਸੀ। ਕਹਿਣ ਲੱਗੇ ਚੰਗਿਆਈ ਜਿੰਨੀ ਮਰਜ਼ੀ ਕਰ ਲਈ, ਜੇ ਤੇਰੇ ਪੱਲੇ ਸ਼ਬਦ ਦੀ ਸਾਂਝ ਨਹੀਂ, ਨਾਮ ਨਹੀਂ ਤੇਰੇ ਅੰਦਰ ਵਸਿਆ, ਰੱਬ ਦਾ ਪਿਆਰ ਨਹੀਂ ਟਿਕਿਆ, ਇਹ ਚੰਗੇ ਕੰਮ ਉਹਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਅਵਰ ਕਰਤੂਤ ਸਗਲੀ ਜਮ ਡਾਨੈ। ਜਮ ਕਹਿੰਦੇ ਜਮਦੂਤਾਂ ਨੂੰ। ਕੋਈ ਚੰਗੇ ਕਰਮਾਂ ਵਾਲਾ ਬੰਦਾ ਕਹਿੰਦੇ ਜਦੋਂ ਗਿਆ ਤੇ ਉਹਨਾਂ ਨੇ ਅੱਗੇ ਨਾਕਾ ਲਾਇਆ ਸੀ, ਰੋਕ ਲਿਆ ਵੀ ਪਤਾ ਕਰੋ ਕੌਣ ਹੈ। ਟੈਸਟ ਕੀਤਾ ਗਿਆ, ਉਹਨੇ ਕਿਹਾ ਮੈਨੂੰ ਜਾਣਦੇ ਨਹੀਂ, ਸਾਰੇ ਧਾਰਮਿਕ ਥਾਵਾਂ ਤੇ ਸੋਨਾ ਮੈਂ ਚੜਾਇਆ ਹੈ, ਬਿਲਡਿੰਗਾਂ ਬਹੁਤੀਆਂ ਮੈਂ ਬਣਵਾਈਆਂ ਨੇ, ਕੱਪੜੇ ਬਹੁਤ ਮੈਂ ਵੰਡੇ ਨੇ, ਇਹ ਵੀ ਕੀਤਾ ਹੈ, ਛਬੀਲਾਂ ਬਹੁਤ ਲਾਈਆਂ ਨੇ, ਆਹ ਵੇਖੋ ਲਿਸਟ, ਮੈਂ ਸਵਰਗ ਵਿੱਚ ਜਾਣਾ ਚਾਹੁੰਦਾ। ਤਾਂ ਉਹਨਾਂ ਨੇ ਕਿਹਾ ਵੀ ਬੜੀ ਮੁਬਾਰਕ ਹੈ ਤੁਹਾਨੂੰ, ਤੁਸੀਂ ਕੰਮ ਬਹੁਤ ਚੰਗੇ ਕੀਤੇ, ਪਰ ਸਾਨੂੰ ਉਹ ਇੱਕ ਥੋੜ੍ਹਾ ਜਿਹਾ ਕਾਗਜ਼ਾਤ ਦਿਖਾਓ ਵੀ ਤੁਸੀਂ ਘੜੀ ਇੱਕ ਦੋ ਘੜੀਆਂ ਸਵੇਰੇ ਰੱਬ ਦੇ ਪਿਆਰ ਵਿੱਚ ਵੀ ਬੈਠੇ ਹੋ ਕਿ ਨਹੀਂ, ਉਹਨੂੰ ਕਦੀ ਜਪਿਆ ਵੀ ਹੈ ਕਿ ਨਹੀਂ, ਕਦੀ ਉਸ ਸ਼ਬਦ ਨਾਲ ਸਾਂਝ ਵੀ ਪਾਈ ਹੈ ਕਿ ਨਹੀਂ। ਕਹਿਣ ਲੱਗਾ ਜੀ ਉਹ ਤੇ ਟਾਈਮ ਨਹੀਂ ਲੱਗਾ। ਫਿਰ ਉਹ ਵੀ ਕਹਿ ਦੇਣਗੇ ਜੀ ਸੌਰੀ, ਅਸੀਂ ਤੁਹਾਨੂੰ ਛੱਡ ਨਹੀਂ ਸਕਦੇ, ਕਾਗਜ਼ ਪਾੜ ਦੇਣਗੇ ਸਾਰੇ ਚੰਗਿਆਈਆਂ ਦੇ, ਸਿੱਟ ਦੇਣਗੇ। ਉਹ ਕਹੇਗਾ ਵੀ ਮੈਂ ਤੇ ਸਾਰੀ ਉਮਰ ਲਾ ਦਿੱਤੀ। ਕਹਿਣ ਲੱਗੇ ਤੁਹਾਨੂੰ ਕਿਹਨੇ ਕਿਹਾ ਸੀ। ਇਸ ਹੱਦ ਤੋਂ ਅੱਗੇ ਨਾਮ ਤੋਂ ਬਿਨਾਂ ਕੁਝ ਨਹੀਂ ਚੱਲਦਾ। ਹਾਂ, ਚੰਗੇ ਕੰਮ ਹੋਣ ਨਾਲ ਤੇ ਨਾਲ ਜਪਿਆ ਜਾਏ ਨਾਮ, ਪ੍ਰੇਮ ਆ ਜਾ ਜ਼ਿੰਦਗੀ ਵਿੱਚ, ਫਿਰ ਗੁਰੂ ਕੇ ਸਵਾਰਿਓ ਸੋਨੇ ਤੇ ਸੁਹਾਗਾ। ਫਿਰ ਸ਼ਕਤੀ ਵੱਧ ਜਾਂਦੀ ਹੈ ਨਾਮ ਦੀ ਕਰਮਾਂ ਦੇ ਨਾਲ। ਜਿਸ ਬੰਦੇ ਕੋਲ ਰੱਬ ਦਾ ਪ੍ਰੇਮ ਹੈ ਨਾ, ਜੇ ਉਹ ਕਰਮ ਵੀ ਕਰੇਗਾ ਕੋਈ, ਮੰਨ ਲਓ ਉਹ ਇੱਕ ਕਰਮ ਕਰ ਰਿਹਾ ਹੈ ਜਿਹਦੇ ਹਿਰਦੇ ਵਿੱਚ ਨਾਮ ਵਸਦਾ ਹੈ, ਉਹ ਕਰਮ ਕਰ ਰਿਹਾ ਹੈ ਵੀ ਗੁਰੂ ਕਾ ਲੰਗਰ ਵਰਤਾ ਰਿਹਾ ਹੈ। ਤੇ ਜਦੋਂ ਉਹ ਇੱਕ ਪ੍ਰਸ਼ਾਦਾ ਕਿਸੇ ਵੱਲ ਇੱਕ ਦ੍ਰਿਸ਼ਟੀ ਪਾ ਕੇ ਕਿਸੇ ਦੇ ਹੱਥਾਂ ਤੇ ਰੱਖੇਗਾ, ਨਾਲੇ ਉਹਦੀ ਰਸਨਾ ਤੋਂ ਨਿਕਲੇਗਾ ਸਤਿਨਾਮ ਵਾਹਿਗੁਰੂ, ਉਹ ਪ੍ਰਸ਼ਾਦਾ ਵੀ ਅਜਾਈ ਨਹੀਂ ਜਾਏਗਾ। ਜਿਸ ਬੰਦੇ ਦੇ ਹਿਰਦੇ ਵਿੱਚ ਜਾਏਗਾ ਉਹਦੇ ਅੰਦਰ ਨਾਮ ਦੀਆਂ ਤਰੰਗਾਂ ਸ਼ੁਰੂ ਹੋ ਜਾਣਗੀਆਂ। ਉਹਦੇ ਕਰਮ ਵੀ ਅਜਾਈ ਨਹੀਂ, ਭਾਵੇਂ ਉਹ ਕੋਈ ਕਰਮ ਕਰੇ।
ਜਿਹਦੇ ਅੰਦਰ ਨਾਮ ਵਸ ਗਿਆ ਗੁਰੂ ਕੇ ਸਵਾਰਿਓ, ਕਿਸੇ ਵੱਲ ਅੱਖ ਭਰ ਕੇ ਨਜ਼ਰ ਭਰ ਕੇ ਵੇਖੇਗਾ ਵੀ, ਉਹਦਾ ਵੇਖਣਾ ਵੀ ਅਜਾਈ ਨਹੀਂ ਜਾਏਗਾ, ਉਹ ਵੀ ਕਿਸੇ ਲੇਖੇ ਵਿੱਚ ਲੱਗ ਜਾਏਗਾ। ਕਿਉਂਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਾਰੇ ਕਰਮ ਪ੍ਰਵਾਨ ਹੋ ਗਏ, ਕੰਮ ਹੱਥਾਂ ਦਾ ਵੀ ਪ੍ਰਵਾਨ ਹੋ ਗਿਆ, ਅੱਖਾਂ ਦਾ ਵੀ ਪ੍ਰਵਾਨ ਹੋ ਗਿਆ। ਤੇ ਜਦੋਂ ਕਿਸੇ ਦੀ ਗੱਲ ਸੁਣੀ, ਉਹਨੇ ਕੰਨਾਂ ਨਾਲ, ਕਿਸੇ ਨੇ ਉਹਦੇ ਤੋਂ ਪਿਆਰ ਨਾਲ ਕੁਝ ਮੰਗਿਆ, ਜਾਂ ਕਿਸੇ ਨੇ ਕਿਹਾ ਪਿਆਰ ਨਾਲ ਦੋ ਸ਼ਬਦ ਕਹਿ ਦਿੱਤੇ, ਜੇ ਕੋ ਧਨ ਕਹੈ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਈ, ਤੇ ਉਹਨਾਂ ਨੇ ਲਿਆ ਸੁਣ ਉਹਦਾ ਸ਼ਬਦ, ਉਹ ਸੁਣਨਾ ਵੀ ਉਹਨਾਂ ਦਾ ਉਸ ਬੰਦੇ ਨੂੰ ਲੇਖੇ ਵਿੱਚ ਉਹਨਾਂ ਨੇ ਲਵਾ ਦਿੱਤਾ। ਉਹਦੇ ਕਰਮ ਵੀ ਪ੍ਰਵਾਨ ਨੇ ਜਿਹਦੇ ਅੰਦਰ ਨਾਮ ਹੈ। ਇਸ ਲਈ ਲੇਖੇ ਵਿੱਚ ਕਦੋਂ ਲੱਗਦਾ? ਜੇ ਹੱਥਾਂ ਵਿੱਚ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਘਟਨਾ ਵਾਪਰੀ ਸੀ, ਜਦੋਂ ਹਜ਼ੂਰ ਕੁਰੂਕਸ਼ੇਤਰ ਦੀ ਧਰਤੀ ਤੇ ਆਏ ਨੇ। ਬੜਾ ਵੱਡਾ ਮੇਲਾ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ, ਦੂਰੋਂ ਦੂਰੋਂ ਹਿੰਦੁਸਤਾਨ ਤੋਂ ਆਉਂਦੇ ਸਨ। ਸੂਰਜ ਗ੍ਰਹਿਣ ਤੇ ਮੀਲਾਂ ਵਿੱਚ ਲੋਕ ਖਿਲਰੇ ਹੋਏ, ਆਪੋ ਆਪਣੇ ਤੰਬੂ ਕਨਾਤਾਂ ਲਾਈਆਂ ਹੋਈਆਂ, ਕਈ ਥਾਵਾਂ ਤੇ ਲੰਗਰ ਚੱਲ ਰਹੇ ਨੇ। ਕੋਈ ਕਿਤੇ ਇਸ਼ਨਾਨ ਕਰ ਲਿਆ, ਕੋਈ ਕੁਝ ਤੀਰਥ ਸਮਝ ਕੇ ਕਰ ਰਿਹਾ। ਇਸ ਸਾਰੇ ਕੁਝ ਦੇ ਵਿੱਚ ਕਲਗੀਆਂ ਵਾਲੇ ਨੇ ਵੀ ਆਪਣਾ ਡੇਰਾ ਕੁਰੂਕਸ਼ੇਤਰ ਦੀ ਧਰਤੀ ਤੇ ਲਾ ਦਿੱਤਾ। ਨਾਲ ਸਿੱਖ ਨੇ, ਨਾਲ ਘੋੜੇ ਨੇ, ਸਾਜੋ ਸਮਾਨ ਹੈ। ਸਤਿਗੁਰੂ ਇੱਕ ਪਾਸੇ ਬੈਠ ਗਏ, ਹੁਕਮ ਕੀਤਾ ਲੰਗਰ ਚਲਾਓ। ਲੰਗਰ ਚੱਲ ਗਿਆ ਤੇ ਜੋਗੀਆਂ ਨੂੰ ਪਤਾ ਲੱਗਾ ਵੀ ਬਾਬੇ ਨਾਨਕ ਦਾ 10ਵਾਂ ਸਰੂਪ ਇੱਥੇ ਆਇਆ ਹੈ। ਕਿਉਂਕਿ ਪਹਿਲਾਂ ਗੁਰੂ ਨਾਨਕ ਸਾਹਿਬ ਆਏ ਸਨ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਜੋਗੀ ਉੱਥੇ ਸਨ। ਕਿਉਂਕਿ ਜੋਗੀਆਂ ਦੀ ਉਮਰ ਬੜੀ ਲੰਬੀ ਲੰਬੀ ਸੀ। ਜਿਹੜੇ ਗੁਰੂ ਨਾਨਕ ਸਾਹਿਬ ਦੇ ਵਕਤ ਦੇ ਜੋਗੀ ਸਨ, ਉਹਨਾਂ ਵਿੱਚੋਂ ਕੁਝ ਸਰੀਰਕ ਤੌਰ ਤੇ ਅਜੇ ਵੀ ਰਹਿੰਦੇ ਸਨ, ਉੱਥੇ ਜਿਉਂਦੇ ਸਨ। ਉਹਨਾਂ ਨੂੰ ਪਤਾ ਲੱਗਾ ਵੀ 10ਵਾਂ ਸਰੂਪ ਆਇਆ ਹੈ, ਉਹਨਾਂ ਦੀ ਗੱਦੀ ਤੇ ਬੈਠੇ ਨੇ। ਪਰ ਇਹ ਉਸ ਤਰ੍ਹਾਂ ਦੇ ਨਹੀਂ, ਉਹ ਸਿੱਧਾ ਪਰਨਾ ਬੰਨ੍ਹਦੇ ਸੀ, ਇਹ ਚੰਗੀ ਤਰ੍ਹਾਂ ਪੇਚ ਲਾ ਕੇ ਬੰਨ੍ਹਦੇ। ਇਹ ਕਲਗੀ ਵੀ ਲਾਉਂਦੇ ਨੇ, ਇਹਨਾਂ ਕੋਲ ਬਾਜ ਵੀ ਹੈ, ਇਹਨਾਂ ਦੇ ਮੋਢੇ ਤੇ ਤੀਰ ਤੇ ਭੱਥਾ ਵੀ ਹੈ, ਸ੍ਰੀ ਸਾਹਿਬ ਵੀ ਗਾਤਰੇ ਵਿੱਚ ਪਾਈ, ਤਖਤ ਲਾ ਕੇ ਬਹਿੰਦੇ ਨੇ। ਉੱਤੇ ਜਿਹੜਾ ਚੌਰ ਵੀ ਝੁੱਲਦਾ ਹੈ, ਬਾਦਸ਼ਾਹੀ ਠਾਠ ਬਾਠ ਹੈ, ਤੇ ਸਮੇਂ ਦੀ ਕਿਸੇ ਸਰਕਾਰ ਦੀ ਪਰਵਾਹ ਵੀ ਨਹੀਂ ਕਰਦੇ। ਪਰ ਇਹ ਇਕੱਲਾ ਸਿਪਾਹੀਆਂ ਵਾਲੇ ਰੰਗ ਨਹੀਂ। ਜਦੋਂ ਉਹਨਾਂ ਦੇ ਕੋਲ ਜਾ ਕੇ ਬਈਏ ਤੇ ਖਿਲਰੀ ਹੋਈ ਸੁਰਤ ਇਕੱਠੀ ਹੋ ਕੇ ਨਾਮ ਵਿੱਚ ਆਪੇ ਲੱਗਣ ਲੱਗ ਪੈਂਦੀ। ਇਹ ਵੀ ਉਹਨਾਂ ਕੋਲ ਹੈ। ਜਿਹੜੇ ਵੱਡੇ ਜੋਗੀ ਸਨ, ਉਹਨਾਂ ਨੇ ਕਿਹਾ ਵੀ ਚਲੋ ਪਰਖੀਏ, ਵੇਖੀਏ, ਮਿਲ ਕੇ ਆਈਏ। ਅੱਗੇ ਆਏ ਤੇ ਲੰਗਰ ਚੱਲ ਰਿਹਾ ਸੀ। ਮੈਂ ਗੱਲ ਕਰ ਰਿਹਾ ਸੀ ਕਰਮ। ਜਿਹਦੇ ਅੰਦਰ ਨਾਮ, ਉਹਦਾ ਕਰਮ ਵੀ ਨਾਮ ਬਣ ਗਿਆ। ਜਿਹਦੇ ਅੰਦਰ ਨਾਮ ਨਹੀਂ, ਉਹਦਾ ਕਰਮ ਸੰਸਾਰ ਹੀ ਬਣ ਗਿਆ ਬਸ। ਅੱਗੇ ਜਦੋਂ ਆਏ, ਲੰਗਰ ਚੱਲਦਾ ਹੈ ਤੇ ਸਿੱਧੀਆਂ ਉਹਨਾਂ ਦੇ ਕੋਲ ਸਨ, ਸ਼ਕਤੀਆਂ ਸਨ, ਸਾਰੀ ਉਮਰ ਇਹੀ ਇਕੱਠਾ ਕੀਤਾ ਸੀ। ਇੱਕ ਜੋਗੀ ਸੀ, ਕਹਿਣ ਲੱਗਾ ਵੀ ਥੋੜਾ ਜਿਹਾ ਵੇਖੀਏ ਤਮਾਸ਼ਾ। ਗੁਰੂ ਸਾਹਿਬ ਨੇ ਕਿਹਾ ਨਾ ਵੀ ਇਹ ਨਾਟਕ ਚੇਟਕ ਕੀਏ ਕੁਕਾਜਾ, ਇਹ ਕੁਕਰਮ ਬਣ ਜਾਂਦੇ ਜਦੋਂ ਬੰਦਾ ਇਹਨਾਂ ਨਾਲ ਤਮਾਸ਼ੇ ਵੇਖਣ ਲੱਗ ਪੈਂਦਾ। ਮਦਾਰੀ ਬਣ ਜਾਂਦੀ ਵੀ ਫਲਾਣੇ ਦੀ ਮੱਝ ਦਾ ਦੁੱਧ ਅੱਜ ਸੁਕਾ ਦੀ ਟੱਪ ਜਾਏਗੀ। ਕੀ ਕਰਦੇ ਨੇ ਸਿੱਧ ਲੋਕ? ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ, ਜਿਨ੍ਹਾਂ ਨੂੰ ਤੁਸੀਂ, ਹੁਣ ਮੈਂ ਸ਼ਬਦ ਨਾ ਵਰਤਾਂ, ਬਾਬੇ ਜਿਹੜੇ ਬਣਾਏ ਹੋਏ ਨੇ, ਜਿਹੜੇ ਰੱਬ ਦੇ ਬਾਬੇ ਨਹੀਂ, ਜਿਹੜੇ ਨਾਟਕ ਚੇਟਕ ਕੀਏ ਕੁਕਾਜਾ ਵਾਲੇ ਨੇ, ਜਿਨ੍ਹਾਂ ਨੂੰ ਤੁਸੀਂ ਸੰਤ ਸਮਝ ਲੈਂਦੇ ਹੋ, ਜਿਹੜੇ ਫੂਕਾਂ ਮਾਰਨ ਵਾਲੇ ਸੱਜਣ ਨੇ, ਉਹ ਕੀ ਕਰਦੇ ਨੇ? ਥੋੜ੍ਹੀ ਜਿਹੀ ਰਿੱਧੀ ਸਿੱਧੀ ਇਕੱਠੀ ਕਰ ਲਈ, ਇੱਕ ਪਾਸੇ ਨੂੰ ਫੂਕ ਮਾਰੀ। ਇੱਕ ਦਿਨ ਕਿਸੇ ਦੀਆਂ ਮੱਝਾਂ ਦੁੱਧ ਦੇਣੋਂ ਬੰਦ ਹੋ ਗਈਆਂ, ਦੂਜੇ ਦਿਨ ਉਹਨੇ ਆਉਣਾ ਹੀ। ਦੂਜੇ ਦਿਨ ਕਿਹਾ ਜੀ ਮਿਲ ਪੈਣਗੀਆਂ, ਫਿਰ ਉਹ ਰਿੱਧੀ ਸਿੱਧੀ ਨਾਲ ਮਿਲ ਪਈਆਂ। ਉਹ ਸ਼ਰਧਾਲੂ ਬਣ ਗਏ। ਹੁਣ ਖੀਰ ਪੂੜਿਆਂ ਦਾ ਕੰਮ ਚੱਲ ਗਿਆ, ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਇਹ ਉਹਨਾਂ ਦਾ ਇੱਕ ਤਮਾਸ਼ਾ ਹੈ। ਹੈਣ ਇਹ ਬਰਕਤਾਂ ਗੁਰੂ ਨਾਨਕ ਦੇ ਘਰ ਵੀ, ਕੋਈ ਸ਼ੱਕ ਨਹੀਂ, ਪਰ ਇਹ ਉਸ ਤਰ੍ਹਾਂ ਦੀਆਂ ਨਹੀਂ।
ਗੁਰੂ ਨਾਨਕ ਦਾ ਸੰਤ ਕਿਸੇ ਦਾ ਤਮਾਸ਼ਾ ਨਹੀਂ ਵੇਂਦਾ, ਕਿਸੇ ਦਾ ਪਰਦਾ ਨਹੀਂ ਲਾਉਂਦਾ, ਉਹ ਤੇ ਸਗੋਂ ਗੁਰੂ ਕੇ ਸਵਾਰਿਓ ਲੋਕਾਂ ਤੇ ਪਰਦੇ ਪਾ ਦਿੰਦਾ, ਕੱਜਦਾ ਉਹਨਾਂ ਦੇ। ਗੁਰੂ ਨਾਨਕ ਦਾ ਸੰਤ ਪਰ ਉਪਕਾਰੀ ਹੈ। ਉਹ ਤਰੀਕੇ ਨਾਲ ਰੱਬ ਦੇ ਭਾਣੇ ਵਿੱਚ ਰਹਿ ਕੇ ਸੇਧ ਦਿੰਦਾ ਹੈ ਤੇ ਲੋੜ ਪੈਣ ਤੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਕੋਈ ਨਾ ਕੋਈ ਕਾਰਜ ਵੀ ਸਿਰੇ ਚਾੜ ਦਿੰਦਾ ਹੈ। ਪਰ ਇਹ ਸਨ ਇਕੱਲੇ ਜਿਹਨੂੰ ਕਹਿੰਦੇ ਨੇ ਤਮਾਸ਼ਾ ਵੇਖਣ ਵਾਲੇ, ਨਾਟਕ ਖੇਡਣ ਵਾਲੇ, ਚੇਟਕਾਂ ਦੇ ਵਿੱਚ ਫਸੇ ਹੋਏ। ਇਹਨਾਂ ਨੇ ਕਿਹਾ ਉਹ ਲੰਗਰ ਛਕਨੇ ਬੈਠ ਗਏ। ਲੰਗਰ ਚੱਲ ਰਿਹਾ ਸੀ, ਇੱਕ ਲਾਂਗਰੀ ਸਿੰਘ ਵਰਤਾ ਰਹੇ ਸਨ, ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਇੱਕ ਸਿੱਧ ਨੇ ਸਿੱਧੀ ਲਾ ਦਿੱਤੀ ਵੀ ਲੰਗਰ ਖਾਈ ਜਾਣਾ ਤੇ ਭੁੱਖ ਨਾ ਮਿਟਣੀ, ਭੁੱਖ ਉਸੇ ਤਰ੍ਹਾਂ ਰਹਿਣੀ, ਗਾਇਬ ਕਰੀ ਜਾਣਾ, ਪ੍ਰਸ਼ਾਦੇ ਛਕੀ ਜਾਣੇ। ਇਹਨਾਂ ਨੇ ਜਿਉਂ ਕੀਤਾ ਸ਼ੁਰੂ ਛਕਣਾ, ਸਿੰਘ ਵਰਤਾ ਵਰਤਾ ਕੇ ਥੱਕ ਗਏ, ਹੈਰਾਨ ਹੋ ਗਏ ਵੀ ਬੰਦੇ ਨੇ ਕਿ ਕੌਣ, ਕੋਈ ਗੇੜਾ ਖਾਲੀ ਨਹੀਂ ਜਾਣ ਦਿੰਦੇ। ਆ ਕਦੀ ਕਦੀ ਤੇ ਸਾਡੇ ਵਿੱਚ ਵੀ ਇਸ ਤਰ੍ਹਾਂ ਦੇ ਸਿੱਧ ਬਹੁਤ ਨੇ, ਉਹ ਵੀ ਗੇੜਾ ਕੋਈ ਨਹੀਂ ਖਾਲੀ ਜਾਣ ਦਿੰਦੇ। ਫਿਰ ਅਖੀਰ ਨੂੰ ਵਰਤਾਉਣ ਵਾਲੇ ਨੂੰ ਇੱਕ ਤਰੀਕਾ ਵਰਤਣਾ ਪੈਂਦਾ ਹੈ। ਉਹ ਕਹਿੰਦਾ ਜੀ ਫਤਿਹ ਦਾ ਗੇੜਾ। ਫਤਿਹ ਦਾ ਗੇੜਾ ਕੀ ਮਤਲਬ ਵੀ ਇੱਕੋ ਵਾਰੀ ਮਿਲਣੀ ਹੈ, ਜੇ ਇੱਕ ਵਾਰੀ ਲੈ ਲਓ ਫਿਰ ਨਹੀਂ, ਹੁਣ ਤੁਸੀਂ ਉੱਠਦੇ ਨਹੀਂ ਪਏ। ਫਿਰ ਸਵੇਰੇ ਕਹਿਣਗੇ ਜੀ ਸਿਹਤ ਠੀਕ ਨਹੀਂ, ਅੱਜ ਉੱਠਿਆ ਨਹੀਂ ਜਾਂਦਾ। ਤੇ ਉੱਠਿਆ ਕਿੱਥੋਂ ਜਾਏ, ਮੱਝ ਜਿੰਨਾ ਰਾਸ਼ਨ ਤੇ ਅੰਦਰ ਗਿਆ ਹੋਇਆ, ਜਾਗ ਕਿਵੇਂ ਆਵੇ। ਇਸ ਕਰਕੇ ਸਿੱਧ ਸਾਡੇ ਵਿੱਚ ਵੀ ਹਨ, ਇਹ ਨਹੀਂ ਵੀ ਚਲੇ ਗਏ। ਤਾਂ ਉਹਨਾਂ ਨੇ ਹੋਰ ਤਰੀਕੇ ਨਾਲ ਜਦੋਂ ਇਹ ਮਕਾਉਣਾ ਸ਼ੁਰੂ ਕੀਤਾ ਤੇ ਗੁਰੂ ਕੇ ਲਾਂਗਰੀ ਜਿਹੜੇ ਸਨ ਉਹਨਾਂ ਨੇ ਦੇਖਿਆ ਵੀ ਕਮਾਲ ਹੋ ਗਈ। ਇੱਕ ਲਾਂਗਰੀ ਦੌੜਿਆ ਦੌੜਿਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਗਿਆ, ਸਾਉ ਸਾਈ ਹੋਇਆ ਪਹੁੰਚਿਆ। ਹਜ਼ੂਰ ਨੇ ਕਿਹਾ ਕੀ ਗੱਲ, ਬੜਾ ਘਬਰਾਇਆ। ਕਹਿਣ ਲੱਗੇ ਜੀ 4-5 ਯੋਗੀ ਲੰਗਰ ਵਿੱਚ ਬੈਠੇ ਨੇ, ਲੰਗਰ ਸਮਾਪਤੀ ਦੇ ਨੇੜੇ ਆ ਗਿਆ, ਉੱਠਦੇ ਨਹੀਂ। ਹਜ਼ੂਰ ਨੇ ਧਿਆਨ ਲਾ ਕੇ ਵੇਖਿਆ ਬਈ ਇਹ ਤਾਂ ਉਹ ਹੀ ਸਿੱਧ ਨੇ ਜਿਨ੍ਹਾਂ ਨੇ ਸਾਡੇ ਵੱਡੇ ਗੁਰੂ ਨਾਨਕ ਨਾਲ 2 ਹੱਥ ਕਰਨ ਦਾ ਯਤਨ ਕੀਤਾ ਸੀ ਸੁਮੇਰ ਤੇ, ਜਿਨ੍ਹਾਂ ਨੇ ਸਾਡੇ ਵੱਡੇ ਬਾਬੇ ਨੂੰ ਭੇਜਿਆ ਸੀ, ਜਾਓ ਪਾਣੀ ਭਰ ਕੇ ਲਿਆਓ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਨ ਉੱਠ ਚਾਲਾ। ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇਹਰ ਲਾਲਾ। ਤੇ ਪਾਣੀ ਸੁਕਾ ਕੇ ਉੱਥੇ ਰਤਨ ਹੀਰੇ ਜਵਾਹਰ ਕਈ ਕੁਝ ਪੈਦਾ ਕਰ ਦਿੱਤਾ। ਤੇ ਪੈਦਾ ਤਾਂ ਕੀਤਾ ਸੀ ਵੀ ਸੰਸਾਰੀ ਬੰਦੇ ਨੇ ਜਦੋਂ ਵੇਖਣਗੇ ਹੀਰੇ ਤੇ ਮੋਢੇ ਤੋਂ ਲਾ ਕੇ ਹਜ਼ੂਰੀਆ ਪਰਨਾ ਵਿਛਾ ਕੇ ਇਹਨਾਂ ਨੇ ਸੋਚਣਾ ਵੀ ਪੰਡ ਬੰਨ੍ਹ ਕੇ ਦੌੜ ਚੱਲੀਏ ਥੱਲੇ, ਸਾਰੀ ਉਮਰ ਐਸ਼ ਕਰਾਂਗੇ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਉਹਨਾਂ ਨੇ ਜਦੋਂ ਹੀਰੇ ਵੇਖੇ ਜਾਣ ਲਿਆ ਕਿ ਇਹ ਜੋਗੀਆਂ ਦਾ ਇੱਕ ਕ੍ਰਿਸ਼ਮਾ ਹੈ, ਭਰਮਾਉਣ ਵਾਸਤੇ ਮਾਇਆ ਦਾ ਚੱਕਰ ਹੈ, ਜਾਲ ਹੈ। ਵਾਪਸ ਆ ਗਏ, ਕਹਿਣ ਲੱਗੇ ਉੱਥੇ ਪਾਣੀ ਹੈ ਨਹੀਂ। ਸਿੱਧ ਪੁੱਛਦੇ ਨੇ ਫਿਰ ਉੱਥੇ ਕੀ ਸੀ ਜੇ ਪਾਣੀ ਨਹੀਂ। ਕਹਿਣ ਲੱਗੇ ਜੀ ਬਸ ਪੱਥਰ ਸਨ। ਉਹ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਹੀਰਿਆਂ ਦੀ ਕੋਈ ਕਿਤੇ ਪਹਿਚਾਣ ਨਾ ਹੋਵੇ, ਮੈਂ ਦੱਸ ਹੀ ਦਿਆਂ, ਮੈਂ ਕਹਿ ਹੀ ਦਿਆਂ। ਉਹਨਾਂ ਨੇ ਕਿਹਾ ਜੀ ਉੱਥੇ ਹੋਰ ਵੀ ਕੁਝ ਹੋਏਗਾ, ਹੀਰੇ ਨਹੀਂ। ਕਹਿਣ ਲੱਗੇ ਜੀ ਮੈਂ ਤਾਂ ਉੱਥੇ ਪੱਥਰ ਹੀ ਵੇਖੇ ਨੇ। ਹਾਂ ਤੁਸੀਂ ਉਹਨਾਂ ਨੂੰ ਹੀਰੇ ਕਹਿੰਦੇ ਹੋਵੋਗੇ। ਕਹਿਣ ਲੱਗੇ ਹਾਂ ਉਹ ਬੜੇ ਕੀਮਤੀ ਹੁੰਦੇ ਨੇ। ਤੇ ਸਤਿਗੁਰਾਂ ਨੇ ਕਿਹਾ ਸਿੱਧ ਜੀ ਜੇ ਫਿਰ ਪੱਥਰਾਂ ਤੇ ਹੀਰਿਆਂ ਵਿੱਚ ਫਰਕ ਹੀ ਵੇਖਣਾ ਸੀ ਫਿਰ ਬਾਜ਼ਾਰ ਵਿੱਚ ਦੁਕਾਨ ਖੋਲ ਲੈਂਦੇ, ਇੱਥੇ ਕਿਉਂ ਆਏ ਪਰਬਤਾਂ ਤੇ, ਕਿਉਂ ਜ਼ਿੰਦਗੀ ਗਵਾ ਰਹੇ ਹੋ। ਤੁਹਾਡਾ ਤੇ ਮਤਲਬ ਇਹ ਸੀ ਵੀ ਪੱਥਰ ਮਿੱਟੀ ਸੋਨਾ ਤੇ ਹੀਰੇ ਇੱਕ ਹੋ ਜਾਂਦੇ ਤੁਹਾਡੀ ਨਜ਼ਰ ਵਿੱਚ। ਉਹ ਇਹ ਤੇ ਬਿਜ਼ਨਸਮੈਨ ਲੋਕਾਂ ਦਾ ਕੰਮ ਹੈ ਜਿਹੜਾ ਤੁਸੀਂ ਕਰਦੇ ਫਿਰਦੇ ਹੋ। ਫਿਰ ਬਾਜ਼ਾਰ ਵਿੱਚ ਬਹਿੰਦੇ ਇੱਥੇ ਕਿਉਂ ਆਏ। ਤੁਹਾਡਾ ਕੰਮ ਹੋਰ ਸੀ। ਉੱਥੇ ਵੀ ਉਹ ਝੁਕੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਇਹ ਰੱਬ ਦਾ ਰਾਹ ਨਹੀਂ, ਇਹ ਸਿੱਧਾ ਰਸਤਾ ਨਹੀਂ, ਤੁਸੀਂ ਆਪ ਹੀ ਭੁੱਲੇ ਹੋਏ ਲੋਕਾਂ ਨੂੰ ਕਿਵੇਂ ਦੱਸੋਗੇ।
ਅੱਜ ਵੀ ਕਲਗੀਆਂ ਵਾਲੇ ਨੇ ਵੇਖਿਆ ਉਹ ਹੀ ਸਿੱਧ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਲੰਗਰ ਮੁਕਾਏ ਜਾਂਦੇ ਨੇ। ਕੋਲ ਖੜੇ ਸਨ ਭਾਈ ਦਇਆ ਸਿੰਘ, ਇਸ ਤੇ ਕੋਲ ਸੱਦਿਆ, ਕਹਿਣ ਲੱਗੇ ਭਾਈ ਸਾਹਿਬ ਜਾਓ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਅਕਾਲ ਪੁਰਖ ਨੂੰ ਚੇਤੇ ਕਰਕੇ ਭੋਜਨ ਵਰਤਾਓ। ਸਿੱਧ ਕਈ ਜਨਮਾਂ ਦੇ ਭੁੱਖੇ ਨੇ, ਜਾਓ ਉਹਨਾਂ ਦੀ ਭੁੱਖ ਲਾ ਦਿਓ। ਭਾਈ ਦਇਆ ਸਿੰਘ ਜੀ ਪਿਆਰੇ ਚਲੇ ਗਏ। ਆਪ ਉਹ ਪ੍ਰਸ਼ਾਦਿਆਂ ਵਾਲੀ ਟੋਕਰੀ ਫੜੀ। ਸਿੱਧਾਂ ਨੇ ਵੇਖਿਆ ਵੀ ਇਹ ਨਵਾਂ ਸਿੱਖ ਆਇਆ, ਕੋਈ ਤੇਜ ਸਬੀ ਲੱਗਦਾ ਹੈ, ਵੇਖ ਲੈਂਦੇ ਆ ਕਿੰਨਾ ਕੁ ਵਰਤਾਉਂਦਾ। ਜਦੋਂ ਇੱਕ ਪ੍ਰਸ਼ਾਦਾ ਇੱਕ ਨੂੰ ਦਿੱਤਾ ਨਾ, ਕਿਆ ਬੋਲ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਆਵਾਜ਼ ਦੇ ਕੇ, ਕਮਾਈ ਵਾਲੇ ਬਚਨ ਸਨ। ਜਦੋਂ ਸਿੱਧ ਨੇ ਪਹਿਲੀ ਗਰਾਈ ਪਾਈ ਮੂੰਹ ਵਿੱਚ, ਅੰਦਰ ਠੰਡਾ ਹੋ ਗਿਆ। ਮੈਂ ਗੱਲ ਕਰ ਰਿਹਾ ਸੀ, ਜਿਹਦੇ ਅੰਦਰ ਨਾਮ ਹੈ ਉਹਦੇ ਕਰਮਾਂ ਵਿੱਚ ਵੀ ਨਾਮ ਹੈ, ਉਹਦੇ ਹੱਥਾਂ ਵਿੱਚ ਵੀ ਨਾਮ ਹੈ। ਸਿੱਧ ਨੇ ਜਦੋਂ ਪ੍ਰਸ਼ਾਦਾ ਛਕਿਆ, ਅੰਦਰੋਂ ਆਵਾਜ਼ ਆਈ, ਉਹ ਇੰਨੇ ਸਾਲ ਸਮਾਧੀਆਂ ਲਾ ਕੇ ਕੁਝ ਨਹੀਂ ਲੱਭਾ, ਇਸ ਸਿੱਖ ਦੇ ਹੱਥਾਂ ਵਿੱਚ ਕੀ ਹੈ, ਇਹਦੇ ਪ੍ਰਸ਼ਾਦਿਆਂ ਵਿੱਚ ਕੀ ਭਰਿਆ ਹੋਇਆ ਹੈ। ਠੰਡ ਪੈ ਗਈ, ਤ੍ਰਿਪਤੀ ਆ ਗਈ, ਆਨੰਦ ਆਉਣ ਲੱਗ ਪਿਆ, ਤ੍ਰਿਪਤ ਹੋ ਗਏ ਪੰਜੇ ਚਾਰੇ ਸਿੱਧ। ਬਸ ਇੱਕ ਇੱਕ ਖਾਧਾ ਤੇ ਰੱਜ ਗਏ। ਉੱਠਣ ਨੂੰ ਚਿੱਤ ਨਹੀਂ ਕਰਦਾ, ਧਿਆਨ ਜੁੜ ਗਿਆ, ਜਿਹੜਾ ਬੜੇ ਸਮੇਂ ਦਾ ਨਹੀਂ ਸੀ ਜੁੜਦਾ, ਅੰਦਰ ਜੁੜ ਗਿਆ। ਉੱਠਣ ਨੂੰ ਚਿੱਤ ਨਹੀਂ ਕਰਦਾ। ਕਿਸੇ ਤਰ੍ਹਾਂ ਗੁਰੂ ਸਾਹਿਬ ਕੋਲ ਆਏ। ਸਤਿਗੁਰੂ ਨੇ ਕਿਹਾ, ਆਓ ਸਿੱਧ ਜੀ, ਅਜੇ ਰੱਜੇ ਹੋ ਕਿ ਨਹੀਂ, ਹੋਰ ਕੋਈ ਸ਼ਿਕਾਈਏ। ਕੋਲ ਬਹਿ ਗਏ। ਜਿਹੜੀ ਕੋਈ ਕਿਣਕਾ ਮਾਤਰ ਕਸਰ ਸੀ ਕਲਗੀਆਂ ਵਾਲੇ ਨੇ ਉਹ ਵੀ ਨਜ਼ਰ ਪਾ ਕੇ ਕੱਢ ਦਿੱਤੀ। ਅੰਦਰ ਨਦਰੀ ਨਦਰ ਨਿਹਾਲ ਹੋ ਗਿਆ ਤੇ ਸ਼ਬਦ ਅੰਦਰੋਂ ਉੱਠਿਆ ਭਗਤ ਰਾਮਾਨੰਦ ਜੀ ਦਾ, ਕਤ ਜਾਈਏ ਰੇ ਘਰ ਲਾਗੋ ਰੰਗ। ਹੁਣ ਕੀ ਖਾਈਏ, ਇਸ ਤੁਹਾਡੇ ਸਿੱਖ ਦੇ ਹੱਥਾਂ ਵਿੱਚ ਕੋਈ ਬਰਕਤ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਦਾ ਕਨਸੈਪਟ ਹੈ ਨਾ, ਉਹ ਇਸ ਕਰਕੇ ਸੀ ਕਿ ਜਿਹੜਾ ਕੁਝ ਵੀ ਨਹੀਂ ਕਰ ਸਕਦਾ, ਤਾਂ ਹੀ ਇਹ ਕਿਹਾ ਗਿਆ ਹੈ ਵੀ ਲੰਗਰ ਕੇ ਪ੍ਰਸ਼ਾਦ ਕੋ ਨਿੰਦੇ ਸੋ ਤਨਖਾਈਆ। ਸਿੱਖ ਦਾ ਇੱਕ ਇਹ ਵੀ ਫਰਜ਼ ਹੈ ਵੀ ਉਹ ਭਾਵੇਂ ਇੱਕ ਗਰਾਈ ਖਾਏ, ਉਹ ਲੰਗਰ ਵਿੱਚੋਂ ਪ੍ਰਸ਼ਾਦ ਜ਼ਰੂਰ ਛਕੇ। ਦੋ ਗੱਲਾਂ ਕਹੀਆਂ ਨੇ ਸਿੱਖ ਨੂੰ, ਲੰਗਰ ਪ੍ਰਸ਼ਾਦ ਕੋ ਨਿੰਦੇ ਸੋ ਵੀ ਤਨਖਾਈਆ, ਔਰ ਲੋਭ ਕਰਕੇ ਖਾਏ ਸੋ ਵੀ ਤਨਖਾਈਆ। ਜਿਹੜਾ ਇਹ ਕਵੇ ਵੀ ਮੈਂ ਇਹਦੇ ਨਾਲ ਸਿਹਤ ਹੀ ਬਣਾਉਣੀ ਹੈ, ਹੁਣ ਉਹ ਵੀ ਤਨਖਾਈਆ ਹੈ, ਉਹ ਵੀ ਗਲਤ ਹੈ। ਪਰ ਜਿਹੜਾ ਕਵੇ ਵੀ ਅਸੀਂ ਥੋੜ੍ਹੀ ਲੰਗਰ ਛਕਣਾ ਹੈ ਤੇ ਗਰੀਬ ਲੋਕਾਂ ਵਾਸਤੇ, ਉਹ ਵੀ ਤਨਖਾਈਆ ਹੈ। ਜਿਹਦੇ ਅੰਦਰ ਕਦੀ ਕੁਝ ਨਹੀਂ ਟਿਕਿਆ, ਤੁਸੀਂ ਹਜ਼ਾਰਾਂ ਪਦਾਰਥ ਖਾ ਕੇ ਆ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਵਿਆਹਾਂ ਸ਼ਾਦੀਆਂ ਵਿੱਚ 100 ਤਰ੍ਹਾਂ ਦੀਆਂ ਚੀਜ਼ਾਂ ਖਾਓ, ਜੋ ਮਰਜ਼ੀ ਖਾਓ। ਜਦੋਂ ਭਟਕਦਾ ਭਟਕਾਉਂਦਾ ਮਨੁੱਖ ਕਿਤੇ ਆ ਕੇ ਗੁਰੂ ਨਾਨਕ ਦੇ ਲੰਗਰ ਵਿੱਚ ਪੰਗਤ ਵਿੱਚ ਬਹਿੰਦਾ ਨਾ, ਚੌਂਕੜਾ ਮਾਰ ਕੇ ਇੱਕ ਪ੍ਰਸ਼ਾਦਾ ਹੱਥ ਤੇ ਲੈ ਕੇ ਇੱਕ ਗਰਾਈ ਮੂੰਹ ਵਿੱਚ ਪਾਉਂਦਾ ਹੈ, ਮੂੰਹ ਭਾਵੇਂ ਨਾ ਬੋਲੇ ਪਰ ਅੰਦਰ ਕਹਿੰਦਾ ਵੀ ਬੜਾ ਕੁਝ ਖਾਧਾ, ਪਰ ਆਹ ਆਨੰਦ ਕਿਤੇ ਨਹੀਂ ਆਇਆ। ਹੈ ਵੀ ਸੁੱਕਾ ਸਭ ਕੁਝ, ਇਹ ਕਿੱਥੋਂ ਆ ਗਿਆ, ਇਹ ਕਿਵੇਂ ਆਇਆ ਹੈ? ਇਹ ਇਕੱਲਾ ਲੰਗਰ ਨਹੀਂ, ਇਹਨੂੰ ਪ੍ਰਸ਼ਾਦ ਕਿਹਾ ਹੈ। ਪ੍ਰਸ਼ਾਦ ਦਾ ਮਤਲਬ ਇਹਦੇ ਵਿੱਚ ਕਿਰਪਾ ਹੈ। ਇਸ ਕਰਕੇ ਲੰਗਰ ਦਾ ਜਿਹੜਾ ਵਿਸ਼ਾ ਹੈ, ਇਹ ਕੋਈ ਮੇਲਿਆਂ ਦਾ ਸਵਰੂਪ ਨਹੀਂ ਸੀ ਜਿਹੜਾ ਅਸੀਂ ਬਣਾ ਦਿੱਤਾ ਹੈ। ਸਿੱਖੀ ਦਾ ਲੰਗਰ ਸਟਾਲ ਵਾਲਾ ਲੰਗਰ ਨਹੀਂ, ਕੁਰਸੀਆਂ ਦਾ ਲੰਗਰ ਬਿਲਕੁਲ ਨਹੀਂ, ਉਹਦਾ ਕੋਈ ਸੰਬੰਧ ਨਹੀਂ ਇਹਦੇ ਨਾਲ। ਹੁਣ ਕਹਿੰਦੇ ਨੇ ਜੀ ਦੁਨੀਆ ਬਦਲ ਗਈ, ਸਟਾਲ ਤੇ ਇਹ ਲੰਗਰ ਥੋੜ੍ਹੀ ਹੈ। ਇਹਦੇ ਨਾਲ ਕਿਹਨੂੰ ਤ੍ਰਿਪਤੀ ਆਵੇਗੀ, ਕੌਣ ਰੱਜੇਗਾ? ਪ੍ਰਸਾਦ ਦਾ ਤੇ ਮਤਲਬ ਵੇਖੋ, ਭਾਵੇਂ ਮਜਬੂਰੀ ਵਿੱਚ ਕਿਤੇ ਖਲੋ ਕੇ ਕੋਈ ਲਵੇ, ਪਰ ਪ੍ਰਸ਼ਾਦ ਲੈਣ ਦਾ ਇੱਕ ਕੁਦਰਤੀ ਤਰੀਕਾ ਵੀ ਤੁਸੀਂ ਜਦੋਂ ਆਓਗੇ, ਭਾਵੇਂ ਨਹੀਂ ਵੀ ਬਹਿਣਾ ਸੰਗਤ ਵਿੱਚ, ਜਦੋਂ ਬੰਦੇ ਨੇ ਪ੍ਰਸ਼ਾਦ ਲੈਣਾ ਹੁੰਦਾ ਨਾ, ਇੱਕ ਵਾਰੀ ਬਹਿ ਜਾਂਦਾ ਹੈ।
ਜ਼ਮੀਨ ਤੇ ਬਹਿੰਦਾ ਹੈ। ਉਹ ਬਹਿਣ ਦਾ ਮਤਲਬ ਕੀ ਹੈ? ਲੰਗਰ ਦਾ ਸੰਬੰਧ ਹੀ ਬਹਿ ਕੇ ਛਕਣ ਨਾਲ ਹੈ, ਖਲੋ ਕੇ ਛਕਣ ਨਾਲ ਨਹੀਂ ਹੈ। ਖਲੋ ਕੇ ਉਹਦਾ ਕੋਈ ਸੰਬੰਧ ਨਹੀਂ, ਉਹ ਟਿਕਾ ਨਹੀਂ ਦੇਗਾ ਤੁਹਾਨੂੰ। ਇਸ ਕਰਕੇ ਜਿਹੜਾ ਕਰਮ ਹੈ ਉਹ ਵੀ ਤਾਂ ਸ਼ੁੱਧ ਹੋਵੇਗਾ। ਤੇ ਮੈਂ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀ, ਸਤਿਗੁਰੂ ਨੇ ਬਚਨ ਕੀਤਾ ਹੈ, ਕਹਿੰਦੇ ਸ਼ਬਦ ਨਾਲ ਸਾਂਝ ਪਾ ਤੇ ਕਰਤੂਤ ਕੰਮ ਆਉਣੀ ਏ। ਨਹੀਂ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉਹਨੇ ਮੰਨਣਾ ਹੀ ਨਹੀਂ, ਜਵਾਬ ਦੇ ਦੇਗਾ ਜੋ ਮਰਜ਼ੀ ਕਰੀ। ਇਸ ਕਰਕੇ ਕੇਵਲ ਇਹ ਗੁਰਬਾਣੀ ਦਾ ਹੀ ਫੈਸਲਾ ਨਹੀਂ, ਮੈਂ ਕਈ ਪੱਛਮ ਦੇ ਲੇਖਕਾਂ ਦੇ ਤਜਰਬੇ ਵੀ ਪੜ੍ਹੇ ਨੇ। ਉਹਨਾਂ ਨੇ ਭਾਵੇਂ ਉਹ ਨਾਸਤਿਕ ਕਿਸਮ ਦੇ ਲੋਕ ਸਨ, ਪਰ ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਗਿਆਨ ਮਿਲਿਆ, ਦੋ ਸਰੀਰ ਸਨ, ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਵੀ ਇੱਕ ਜੇ ਪਹਿਲਾਂ ਚਲਾ ਗਿਆ ਤੇ ਉਹ ਪਹਿਲਾਂ ਉਧਰ ਦੀ ਖਬਰ ਇੱਧਰ ਦੇਗਾ। ਬੜਾ ਚਿਰ ਉਹਨਾਂ ਨੇ ਯਤਨ ਕੀਤਾ, ਕਿਤੇ ਉਹਨਾਂ ਦਾ ਸੰਪਰਕ ਹੋ ਗਿਆ ਤੇ ਉਧਰ ਗਏ ਸਰੀਰ ਨੇ ਇਹ ਖਬਰ ਦਿੱਤੀ, ਇਹ ਗਿਆਨ ਦਿੱਤਾ ਵੀ ਇਸ ਪਾਸੇ ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਸਭ ਤੋਂ ਵੱਡਾ ਦੁੱਖ ਇਹ ਹੈ ਵੀ ਜਿਹੜਾ ਪਿੱਛੇ ਜਨਮ ਮਿਲਿਆ ਸੀ ਉਹਦੇ ਵਿੱਚ ਨਾਮ ਤੋਂ ਬਿਨਾਂ ਜਿੰਨੇ ਸਵਾਸ ਗਵਾਏ ਨੇ ਓਨਾ ਹੀ ਇੱਥੇ ਦੁੱਖ ਜ਼ਿਆਦਾ ਹੈ। ਇਹ ਗਏ ਹੋਏ ਲੋਕਾਂ ਦਾ ਤਜਰਬਾ ਹੈ। ਇਹ ਕੋਈ ਕਪੋਲ ਕਹਾਣੀਆਂ ਤੇ ਕਲਪਨਾਵਾਂ ਨਹੀਂ, ਯਾਨੀ ਕਿ ਯਾਦ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਨਾਮ ਤੋਂ ਬਿਨਾਂ ਜਿਹੜਾ ਸਮਾਂ ਇੱਧਰ ਗੁਜ਼ਰਿਆ ਹੈ, ਉਧਰ ਜਾ ਕੇ ਉਹ ਸਮਾਂ 1 ਮਿੰਟ ਦਾ ਕਈ ਸਾਲਾਂ ਦਾ ਦੁੱਖ ਹੈ, ਬੜਾ ਲੰਬਾ ਹੈ। ਤਾਂ ਐਸਾ ਜਿਹੜਾ ਸਤਿਗੁਰੂ ਨੇ ਨਾਮ ਗੁਰਬਾਣੀ ਵਿੱਚ ਕਿਹਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਓੰਗ ਆਦਿ ਰੂਪ ਹੈ। ਨਾਮ ਦਾ ਜਿਹੜਾ ਆਰੰਭਲਾ ਰੂਪ ਹੈ, ਆਦਿ ਕਹਿੰਦੇ ਨੇ ਸ਼ੁਰੂਆਤ ਨੂੰ, ਜਿੱਥੋਂ ਕੋਈ ਚੀਜ਼ ਆਰੰਭ ਹੁੰਦੀ ਹੈ। ਜਿਵੇਂ ਤੁਸੀਂ ਵਹਿੰਦੇ ਹੋ ਨਾ, ਇੱਥੇ ਨਹਿਰ ਵਹਿੰਦੀ ਨਦੀ, ਇਹ ਬੜੀ ਦੂਰੋਂ ਆਈ ਹੈ। ਇਹਦਾ ਜਿਹੜਾ ਆਦਿ ਰੂਪ ਹੈ ਉਹ ਕੀ ਹੈ? ਇਸ ਨਦੀ ਦਾ ਜਿੱਥੋਂ ਇਹ ਸ਼ੁਰੂ ਹੋਇਆ ਹੈ, ਉਹ ਇੱਕ ਚਸ਼ਮਾ ਹੈ ਪਿੱਛੇ ਹਿਮਾਲਿਆ ਵਿੱਚ, ਇਹ ਇੱਥੇ ਆ ਕੇ ਰੂਪ ਬਣ ਗਿਆ। ਜਿਵੇਂ ਕਿਸੇ ਚੀਜ਼ ਦਾ ਆਰੰਭ ਕੀ ਹੈ, ਜਿਵੇਂ ਕਿਸੇ ਰੁੱਖ ਦਾ ਆਰੰਭ ਬੀਜ ਹੈ, ਉਦੋਂ ਕੱਲਾ ਬੀਜ ਹੈ, ਉਸ ਬੀਜ ਦੇ ਅੰਦਰ ਰੁੱਖ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ। ਇਸੇ ਤਰ੍ਹਾਂ ਜਿਹੜੇ ਨਾਮ ਨੇ ਨਾ, ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਨੇ, ਸਿੱਖ ਨੂੰ ਜਪਣ ਵਾਸਤੇ ਕਿਹਾ ਗਿਆ, ਮੂਲ ਮੰਤਰ ਗੁਰਮੰਤਰ ਜਪ, ਇਹ ਜਿੰਨੇ ਨਾਮ ਨੇ ਜਾਂ ਦੂਜੇ ਧਰਮਾਂ ਦੇ ਆਪਣੇ ਆਪਣੇ ਨਾਮ ਨੇ, ਇਹ ਸਾਰੇ ਨਾਮ ਜਿਹੜੇ ਨੇ, ਇਹਨਾਂ ਦਾ ਜਿਹੜਾ ਮੁੱਢ ਨਾਮ ਹੈ ਨਾ, ਆਰੰਭਲਾ ਨਾਮ, ਆਦ ਨਾਮ ਜਿਹਨੂੰ ਕਹਿੰਦੇ, ਆਦ ਸੱਚ, ਉਹ ਨਾਮ ਇੱਕ ਓੰਕਾਰ ਹੈ। ਪਰ ਸਿੱਖ ਨੂੰ ਜਪਣ ਵਾਸਤੇ ਇਹ ਦਿੱਤਾ ਗੁਰੂ ਨੇ ਵੀ ਤੂੰ ਇਹ ਗੁਰਮੰਤਰ ਜਪ, ਵਾਹਿਗੁਰੂ ਸ਼ਬਦ ਜਪ, ਸਿੱਧਾ ਨਹੀਂ ਜਪਣਾ। ਇਹ ਨਾਮ ਉਹਦੇ ਤੱਕ ਲੈ ਜਾਏਗਾ, ਸਿੱਧਾ ਨਹੀਂ। ਜੇ ਕੋਈ ਬੰਦਾ ਕਵੇ ਵੀ ਮੈਂ ਵਿਦੇਸ਼ ਜਾਣਾ ਹੈ ਤੇ ਜਿਹੜਾ ਜਹਾਜ਼ ਹੈ ਉਹ ਮੇਰੇ ਖੇਤ ਵਿੱਚ ਉਤਰਨਾ ਚਾਹੀਦਾ, ਇੱਥੇ ਮੇਰੇ ਘਰ ਨਹੀਂ, ਇਹ ਉਹਦੀ ਗਲਤੀ ਹੈ। ਇੱਥੋਂ ਉਹਨੂੰ ਕਨਵੈਂਸ ਲੈਣੀ ਪਏਗੀ, ਛੋਟੀ ਕਨਵੈਂਸ ਲੈ ਕੇ ਏਅਰਪੋਰਟ ਤੇ ਜਾਣਾ ਪਏਗਾ, ਕਿਉਂਕਿ ਜਿਹੜਾ ਵਿਦੇਸ਼ ਜਾਣ ਵਾਲਾ ਜਹਾਜ਼ ਹੈ ਉਹ ਉੱਥੋਂ ਹੀ ਚੜ੍ਹਨਾ ਹੈ, ਉਹਦੀ ਉੱਥੇ ਪਟੜੀ ਹੈ, ਉੱਥੇ ਉਹਦਾ ਸਿਸਟਮ ਹੈ। ਤੇ ਜੇ ਕਿਸੇ ਗਲਤੀ ਨਾਲ ਕਿਸੇ ਕਿਹਾ ਵੀ ਇਹ ਜਹਾਜ਼ ਇੱਥੇ ਉਤਰੇ, ਮੈਂ ਇੱਥੋਂ ਹੀ ਚੜ੍ਹਨਾ, ਫਿਰ ਉਹ ਨਹੀਂ ਹੋਏਗਾ, ਸਿੱਧਾ ਨਹੀਂ ਇੱਕ ਓੰਕਾਰ। ਪਹਿਲਾਂ ਬਾਣੀ ਨਾਲ ਜੋੜਿਆ ਵੀ ਤੂੰ ਬਾਣੀ ਪੜ੍ਹ, ਸੇਵਾ ਕਰ, ਉਹਦੇ ਤੋਂ ਬਾਅਦ ਕਿਹਾ ਵੀ ਤੂੰ ਆ ਗੁਰੂ ਦਾ ਗੁਰਮੰਤਰ ਤੇ ਮੂਲ ਮੰਤਰ ਨੂੰ ਜਪ, ਇਹਨਾਂ ਦੀ ਕਮਾਈ ਕਰ। ਤੇ ਜਦੋਂ ਇਹਨਾਂ ਦੀ ਕਮਾਈ ਕਰੇਗਾ, ਸਹਿਜੇ ਸਹਿਜੇ ਤੂੰ ਉਸ ਥਾਂ ਤੇ ਚਲਾ ਜਾਏਗਾ ਜਿਹਨੂੰ ਇੱਕ ਓੰਕਾਰ ਕਹਿੰਦੇ। ਫਿਰ ਤੈਨੂੰ ਉਸ ਸਰੂਪ ਦਾ ਪਤਾ ਲੱਗ ਜਾਏਗਾ ਜਿਹਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਜਾ।
ਜਿਹਨੂੰ ਬਾਣੀ ਵਿੱਚ ਹਜੂਰ ਨੇ ਕਿਆ ਕਹਿੰਦੇ, ਜਪ ਮਨ ਸਤਨਾਮ ਸਦਾ ਸਤਨਾਮ। ਪਹਿਲਾਂ ਸਤਨਾਮ ਕਿਹਾ ਤੇ ਫਿਰ ਸਦਾ ਸਤਨਾਮ। ਇਹ ਭੇਦ ਹੈ ਬੋਲਣ ਦਾ, ਕਹਿਣ ਦਾ। ਸਦਾ ਸਤਨਾਮ ਤਾਂ ਕਿਹਾ ਵੀ ਇਹ ਜਿਹੜਾ ਸਤ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਨਾਲ ਸਦਾ ਸ਼ਬਦ ਤਾਂ ਵਰਤਿਆ ਵੀ ਇਹ ਸਦੀਵ ਹੈ, ਉਹਨੂੰ ਜਪ, ਉਹਦੇ ਨਾਲ ਪਿਆਰ ਕਰ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹੁਣ ਨਿਰੰਜਨਾ ਦਾ ਅਰਥ ਹੈ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ, ਕਾਲਖ ਤੋਂ ਰਹਿਤ। ਇੱਥੇ ਧਿਆਈਐ ਕਿਹਾ ਹੈ। ਧਿਆਈਐ ਦਾ ਅਰਥ ਹੁਣ ਉਸ ਸਰੂਪ ਨੂੰ ਧਿਆ, ਜਿਹੜੀ ਤੇਰੇ ਅੰਦਰ ਦਸ਼ਾ ਬਣ ਗਈ ਹੈ। ਜਿਵੇਂ ਆਪਾਂ ਕਿਸੇ ਬੰਦੇ ਨੂੰ ਪਹਿਲਾਂ ਮਿਲਦੇ ਹਾਂ, ਉਹਨੂੰ ਵੇਖੀਦਾ ਸਾਹਮਣੇ, ਉਹਦਾ ਚਿਹਰਾ ਮੋਹਰਾ ਵੇਖੀਦਾ ਹੈ, ਉਹਦੇ ਨਾਲ ਗੱਲਬਾਤ ਕਰੀਦੀ ਏ, ਤੇ ਜਦੋਂ ਸਾਡੇ ਤੋਂ ਦੂਰ ਚਲਾ ਜਾਂਦਾ ਹੈ ਉਦੋਂ ਉਹਦੀ ਦੇਹ ਸਾਹਮਣੇ ਨਹੀਂ ਹੁੰਦੀ, ਪਰ ਉਹਦਾ ਇੱਕ ਅਦ੍ਰਿਸ਼ਟ ਸਰੂਪ ਸਾਡੇ ਅੰਦਰ ਬਣ ਜਾਂਦਾ ਹੈ। ਅਸੀਂ ਅੰਦਰ ਅੰਦਰ ਉਹਦੇ ਨਾਲ ਗੱਲ ਕਰਦੇ ਰਹਿੰਦੇ ਹਾਂ ਵੀ ਉਹਨੇ ਮੈਨੂੰ ਇਹ ਕਿਹਾ ਸੀ, ਕਦੀ ਤੁਸੀਂ ਵੇਖਣਾ। ਧਿਆਉਣਾ ਕੀ ਹੈ? ਕਿਸੇ ਨਾਲ ਅਸੀਂ ਸਾਰਾ ਦਿਨ ਗੱਲ ਕੀਤੀ, ਉਹ ਚਲਾ ਗਿਆ, 10 ਦਿਨਾਂ ਬਾਅਦ ਉਹਦੀ ਯਾਦ ਆਈ ਤੇ ਫਿਰ ਉਹ ਕੋਲ ਨਹੀਂ, ਪਰ ਉਹਦੇ ਨਾਲ ਉਹ ਸਾਰੀਆਂ ਗੱਲਾਂ ਹੋ ਗਈਆਂ ਸ਼ੁਰੂ। ਉੱਧਰੋਂ ਉਹ ਬੋਲਦਾ, ਉੱਧਰੋਂ ਅਸੀਂ ਬੋਲ ਰਹੇ ਹਾਂ ਵੀ ਉਹਨੇ ਇਹ ਕਿਹਾ ਸੀ, ਮੈਂ ਇਹ ਜਵਾਬ ਦਿੱਤਾ। ਹੁਣ ਉਹ ਕੋਲ ਨਹੀਂ, ਪਰ ਉਹਦਾ ਇੱਕ ਅਣਦਿਸਦਾ ਰੂਪ ਸਾਡੇ ਅੰਦਰ ਬੈਠਾ ਹੋਇਆ, ਉਹਨੂੰ ਵੇਖ ਰਹੇ ਹਾਂ। ਉਹਨੂੰ ਕਹਿੰਦੇ ਨੇ ਨਿਰੰਜਨ ਨਾਮ, ਤੂੰ ਹੀ ਨਿਰੰਜਨ ਕਮਲਾ ਪਾਤੀ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਨਾਮ ਨਾਲ ਮਿਲੇਗਾ ਕੀ? ਫਿਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ। ਉਪਾਦ ਕਹਿੰਦੇ ਕਲ ਕਲੇਸ਼ ਨੂੰ, ਜਿਹਦੇ ਤੋਂ ਸਾਰਾ ਸੰਸਾਰ ਪੀੜਤ ਹੈ। ਜਿੱਥੇ ਸਿਮਰਨ ਆ ਗਿਆ, ਉਪਾਦ ਰੋਗਾਂ ਦੀ ਜੜ, ਜਿਹਦੇ ਵਿੱਚੋਂ ਸਾਰੇ ਰੋਗ ਸ਼ੁਰੂ ਹੁੰਦੇ ਨੇ। ਗਤ ਕੀਨੀ ਖਤਮ ਕਰ ਦਿੰਦਾ ਨਾਮ। ਤੇ ਜੇ ਕਿਸੇ ਥਾਂ ਤੇ ਇਹ ਸਭ ਕੁਝ ਹੈ, ਇਹਦੇ ਕਈ ਕਾਰਨ ਨੇ। ਜਾਂ ਤੇ ਉੱਥੇ ਨਾਮ ਨਹੀਂ ਅਜੇ ਆਇਆ, ਨਾਮ ਉੱਥੇ ਅੰਦਰ ਟਿਕਿਆ ਨਹੀਂ ਅਜੇ, ਉਹਨੇ ਕੰਮ ਥਾਂ ਤੇ ਨਹੀਂ ਗਿਆ, ਨਹੀਂ ਤੇ ਉਹ ਛੱਡੇਗਾ ਨਹੀਂ, ਇਹਨਾਂ ਚੀਜ਼ਾਂ ਨੂੰ ਕੱਢ ਦੇਗਾ। ਤੇ ਜਾਂ ਇੱਕ ਦੂਸਰੀ ਦਸ਼ਾ ਵੀ ਉੱਥੇ ਕਈ ਸਰੀਰ ਮਿਲੇ ਹੋਏ ਨੇ, ਇੱਕ ਸਰੀਰ ਵਿੱਚ ਨਾਮ ਵਸਿਆ ਹੈ ਤੇ ਦੂਜੇ ਨਾਮ ਤੋਂ ਖਾਲੀ ਨੇ। ਉਹਨਾਂ ਦਾ ਸੁਭਾਅ ਉਹ ਹੀ ਰਹੇਗਾ, ਕੌੜਾ ਹੀ। ਉਹਨਾਂ ਨੇ ਨਹੀਂ ਸਮਝਣਾ, ਨਾ ਕੋਈ ਸਮਝੇ ਅੱਜ ਤੱਕ। ਇਸ ਲਈ ਗੁਰੂ ਸਾਹਿਬ ਦੇ ਜਿਹੜੇ ਪਿਤਾ ਸਨ ਨਾ, ਗੁਰੂ ਨਾਨਕ ਸਾਹਿਬ ਦੇ, ਜਦੋਂ ਬੜਾ ਕਈ ਵਾਰੀ ਬੋਲਦੇ ਸਨ ਵੀ ਇਹਨੇ ਕੁਝ ਨਹੀਂ ਕਮਾਇਆ, ਮੈਂ ਇੰਨੀ ਮਾਇਆ ਕਮਾਈ ਸਾਰੀ ਉਮਰ। ਕਈ ਵਾਰੀ ਵੱਡੇ ਹੋ ਕੇ ਵੀ ਉਹਨਾਂ ਨੇ ਕਿਹਾ, ਤੇ ਕੋਲ ਮਰਦਾਨਾ ਜੀ ਬੈਠੇ ਸਨ ਤੇ ਗੁਰੂ ਸਾਹਿਬ ਚੁੱਪ, ਬਿਲਕੁਲ ਜਵਾਬ ਨਹੀਂ ਦਿੰਦੇ। ਵਿਚਾਰੇ ਆਪੇ ਹੀ ਬੋਲ ਬਾਲ ਕੇ, ਮੈਂ ਤਾਂ ਕਲਿਆਣ ਦਾਸ ਜੀ ਅੱਧਾ ਘੰਟਾ ਸਿਰ ਖਫਾਈ ਕਰਕੇ ਚਲੇ ਗਏ। ਅਖੀਰ ਨੂੰ ਮੱਥੇ ਤੇ ਮਾਰਿਆ ਹੱਥ ਵੀ ਇਹ ਨਹੀਂ ਸੁਣਦਾ, ਬੋਲਦਾ ਹੀ ਨਹੀਂ ਅੱਗੋਂ। ਮੈਂ ਤਾਂ ਹੀ ਹੋਰ ਬੋਲਾਂ ਨਾ, ਜੇ ਬੋਲੇ ਤੇ ਜਵਾਬ ਨਹੀਂ ਦਿੰਦਾ। ਜਦੋਂ ਚਲੇ ਗਏ ਤੇ ਗੁਰੂ ਸਾਹਿਬ ਨੇ ਮੂੰਹ ਉੱਚਾ ਕਰ ਲਿਆ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇੰਨੀ ਦੁਨੀਆ ਨੂੰ ਤੁਸੀਂ ਸਮਝਾਉਂਦੇ ਹੋ, ਇਹ ਇੰਨਾ ਬੋਲ ਕੇ ਗਏ ਤੁਹਾਡੇ ਪਿਤਾ ਜੀ, ਇਹਨਾਂ ਤੇ ਵੀ ਥੋੜ੍ਹਾ ਜਿਹਾ ਕਿਰਪਾ ਕਰ ਦਿਓ, 2 ਅੱਖਰ ਕਹਿ ਦਿਓ ਵੀ ਕਿਉਂ ਤੁਸੀਂ ਦੁਖੀ ਹੋ ਰਹੇ ਹੋ। ਸਤਿਗੁਰਾਂ ਨੇ ਕਿਹਾ, ਨਹੀਂ ਮਰਦਾਨਿਆਂ, ਇਹਨਾਂ ਨੇ ਮੇਰੇ ਬੋਲਿਆਂ ਚੁੱਪ ਨਹੀਂ ਕਰਨਾ। ਜਿੱਦਣ ਇਹਨਾਂ ਦਾ ਸਮਾਂ ਆ ਜਾਏਗਾ, ਉਦਣ ਮੇਰੇ ਬੋਲਿਆਂ ਚੁੱਪ ਕਰਨਗੇ। ਬਸ ਮੈਂ ਉਸ ਸਮੇਂ ਦੀ ਉਡੀਕ ਵਿੱਚ। ਜਾਂ ਕਹਿ ਰਿਹਾ ਵੀ ਜਦੋਂ ਆਪਾਂ ਕਹਿੰਦੇ ਆ ਵੀ ਘਰ ਤੇ ਸਾਰਾ ਧਾਰਮਿਕ, ਪਰ ਕਲੇਸ਼ ਵੀ ਇੱਥੇ ਬੜਾ ਹੈ, ਦੁੱਖ ਵੀ ਬੜਾ ਹੈ। ਸੰਸਾਰ ਦੇ ਲੋਕ ਵੀ ਇਹ ਐਨਕ ਲਾ ਕੇ ਵਹਿੰਦੇ ਵੀ ਕੋਈ ਨਹੀਂ ਫਾਇਦਾ, ਫਲਾਣਾ ਬੰਦਾ ਗੁਰਦੁਆਰੇ ਵੀ ਜਾਂਦਾ ਹੈ, ਉੱਥੇ ਲੜਾਈ ਝਗੜਾ ਦੁੱਖ ਵੀ ਹੈ, ਧਿਆਨ ਦਿਓ। ਸਾਰੇ ਜੀ ਉੱਥੇ ਧਾਰਮਿਕ ਨਹੀਂ, ਕੋਈ ਇੱਕ ਹੋਵੇਗਾ। ਧਰਮ ਦੇ ਕੀ ਅਰਥ ਕਰੋਗੇ? ਧਰਮ ਦੇ ਅਰਥ ਨਾਮ ਅੰਦਰ ਵਸ ਗਿਆ ਤਾਂ ਹੀ ਧਰਮ ਆਇਆ।
ਜੇ ਨਾਮ ਨਹੀਂ ਤੇ ਉਹ ਧਾਰਮਿਕ ਥੋੜੀ ਹੈ। ਮੂੰਹ ਤੇ ਧਰਮ ਆ ਗਿਆ, ਵਿਚਾਰਾਂ ਵਿੱਚ ਆ ਗਿਆ ਹੋਵੇਗਾ, ਅੰਦਰ ਥੋੜੀ ਗਿਆ ਜੇ। ਵਿਚਾਰ ਬੜੇ ਸੋਹਣੇ ਨੇ, ਮੂੰਹ ਨਾਲ ਬਾਣੀ ਪੜ੍ਹਨੇ, ਧੁਰ ਹਿਰਦੇ ਵਿੱਚ ਨਹੀਂ ਗਿਆ। ਤੇ ਜੇ ਕਿਸੇ ਇੱਕ ਦੇ ਅੰਦਰ ਚਲਾ ਵੀ ਗਿਆ, ਜਿਹੜੇ 10-12 ਦੂਜੇ ਨੇ ਉਹਨਾਂ ਦੇ ਥੋੜੀ ਸਾਰਿਆਂ ਦੇ ਗਿਆ, ਉਹਨਾਂ ਦੇ ਆਪਣੇ ਕਰਮ ਨੇ, ਉਹਨਾਂ ਨੇ ਆਪਣੇ ਢੰਗ ਨਾਲ ਬੋਲਣਾ, ਸਾਰੇ ਸਿੱਧੇ ਨਹੀਂ ਹੁੰਦੇ। ਇਸ ਲਈ ਕਈ ਵਾਰੀ ਕੁਝ ਪਿਆਰ ਵਾਲੇ ਗੁਰਮੁਖ ਆ ਕੇ ਕਹਿੰਦੇ ਵੀ ਬੜੇ ਦੁਖੀ, ਇਹ ਲੋਕ ਸਮਝਦੇ ਨਹੀਂ। ਮੈਂ ਕਿਹਾ ਵੀ ਤੁਸੀਂ ਆਪਣਾ ਸਮਾਂ ਕਿਉਂ ਗਵਾ ਰਹੇ ਹੋ, ਇਹਨਾਂ ਨੇ ਸਮਝਣਾ ਕੋਈ ਨਹੀਂ। ਜੇ ਗੁਰੂ ਨਾਨਕ ਤੋਂ ਨਹੀਂ ਸਮਝੇ, ਸਾਡੇ ਤੋਂ ਕਿਵੇਂ? ਇਹਨਾਂ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਜਦੋਂ ਇਹਨਾਂ ਦਾ ਸਮਾਂ ਆਵੇਗਾ ਸਮਝ ਜਾਣਗੇ, ਨਹੀਂ ਤੇ ਇਸੇ ਤਰ੍ਹਾਂ ਹੀ ਸੰਸਾਰ ਚੱਲਦਾ ਹੈ। ਇਹ ਨਹੀਂ ਹੋ ਸਕਦਾ। ਔਰ ਇੱਕ ਗੱਲ ਹੋਰ ਬੜੀ ਪਤੇ ਦੀ ਹੈ, ਜਦੋਂ ਤੁਸੀਂ ਉਹਨਾਂ ਨੂੰ ਸੁਧਾਰਨ ਦਾ ਯਤਨ ਕਰਨਾ ਛੱਡ ਦਿੱਤਾ ਤੇ ਸਿਰਫ ਆਪਣਾ ਕੰਮ ਕੀਤਾ, ਹੋ ਸਕਦਾ ਹੈ ਉਹ ਮਜਬੂਰ ਹੋ ਜਾਣ ਆਪਣੇ ਆਪ ਨੂੰ ਤਬਦੀਲ ਕਰਨ ਵਾਸਤੇ, ਬਦਲਣਾ ਪਏਗਾ। ਜਦੋਂ ਅਸੀਂ ਛੱਡਿਆ ਫਿਰ ਗੁਰੂ ਕੰਮ ਕਰੇਗਾ। ਅਜੇ ਅਸੀਂ ਸੁਧਾਰਨਾ ਚਾਹੁੰਦੇ ਹਾਂ। ਜੇ ਕੋਈ ਨਹੀਂ ਸੁਧਰਦਾ, ਗੁਰੂ ਨੂੰ ਕਹੋ, ਉਹ ਹੀ ਸੁਧਾਰ ਸਕਦਾ, ਸਿੱਧਾ ਕਰ ਸਕਦਾ। ਤਾਂ ਇਹ ਸਭ ਕੁਝ ਜਿਹੜਾ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ, ਜੈ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਵੱਡ ਭਾਗੀ ਹਰਿ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਉਹਦਾ ਜਿਹੜਾ ਨਾਮ ਦਾ ਆਰੰਭਲਾ ਸਰੂਪ ਹੈ, ਉਹਨੂੰ ਕਲਗੀਆਂ ਵਾਲੇ ਨੇ ਕਿਹਾ, ਕਹਿੰਦੇ ਓੰਗ ਆਦ ਰੂਪੈ। ਕਿਸੇ ਨੂੰ ਇਹ ਭੁਲੇਖਾ ਨਾ ਪਵੇ ਵੀ ਇਹ ਹਿੰਦੂ ਮਤ ਦਾ ਨਾਮ ਹੈ। ਬੜੇ ਲੋਕ ਕਹਿ ਰਹੇ ਨੇ ਜਾਪ ਸਾਹਿਬ, ਇਹ ਅਸੀਂ ਗੁਰੂ ਦੀ ਬਾਣੀ ਨਹੀਂ ਮੰਨਦੇ। ਕਿਉਂ? ਇਹਦੇ ਵਿੱਚ ਕਹਿੰਦੇ ਓੰਗ ਆਇਆ ਹੈ, ਇਹ ਤੇ ਵੇਦਾਂ ਵਿੱਚ ਲਿਖਿਆ ਹੋਇਆ। ਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਸੁਣਨ ਵਾਲੇ, ਅਸੀਂ ਇਹ ਗੱਲਾਂ ਪ੍ਰਵਾਨ ਕਰੀ ਜਾ ਰਹੇ ਹਾਂ। ਇੱਕਦਮ ਕਹਾਂਗੇ ਜੀ ਗੱਲ ਤੇ ਠੀਕ ਹੈ, ਇਹ ਸਿੱਖਾਂ ਦਾ ਨਾਮ ਤੇ ਨਹੀਂ। ਅਸੀਂ ਝੱਟ ਮੰਨ ਜਾਵਾਂਗੇ, ਪਰ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਅੱਜ ਤੁਸੀਂ ਜਾਪ ਸਾਹਿਬ ਉੱਤੇ ਇਹ ਗੱਲ ਸੁਣ ਕੇ ਪ੍ਰਵਾਨ ਕਰ ਲਈ ਹੈ, 10 ਸਾਲ ਨੂੰ ਤੁਹਾਨੂੰ ਫਿਰ ਉਹ ਕਹਿਣਗੇ ਵੀ ਜਿਹੜਾ ਜਪਜੀ ਸਾਹਿਬ ਪੜ੍ਹਦੇ ਉਹਦੇ ਅੱਗੇ ਇੱਕ ਓੰਕਾਰ ਆਉਂਦਾ ਹੈ ਨਾ, ਉਹ ਓੰਕਾਰ ਵੀ ਉਹਨਾਂ ਦਾ ਹੈ, ਉਹ ਵਿੱਚੋਂ ਕੱਢ ਦਿਓ, ਇੱਕ ਰਹਿਣ ਦਿਓ ਇਕੱਲਾ, ਉਹ ਵੀ ਕੱਢ ਦਿਓ। ਕਿੱਥੋਂ ਤੱਕ ਕੱਢੋਗੇ? ਕਿੱਥੋਂ ਤੱਕ ਅਸੀਂ ਇਹ ਸਭ ਕੁਝ ਪ੍ਰਵਾਨ ਕਰਾਂਗੇ ਤੇ ਸੁਣੀ ਜਾਵਾਂਗੇ? ਔਰ ਮੇਰੀ ਸਮਝ ਵਿੱਚ ਆਇਆ, ਜੇ ਅਸੀਂ ਲਗਾਤਾਰ ਬਰਦਾਸ਼ਤ ਹੀ ਕਰੀ ਗਏ ਇਸ ਵਧੀਕੀ ਨੂੰ, ਕਿਤੇ ਉਹਨਾਂ ਤੇ ਗੁਰੂ ਨਾਰਾਜ਼ ਘੱਟ ਹੋਵੇ, ਸਾਡੇ ਤੇ ਜ਼ਿਆਦਾ ਹੋਵੇ, ਵੀ ਤੁਸੀਂ ਸਾਹਮਣੇ ਬਹਿ ਕੇ ਝੂਠ ਸੁਣੀ ਜਾਂਦੇ ਹੋ ਤੇ ਪ੍ਰਵਾਨ ਸਭ ਕੁਝ ਕਰੀ ਜਾਂਦੇ, ਇਹ ਵੀ ਹੋ ਸਕਦਾ ਹੈ। ਇਸ ਲਈ ਇਹ ਨਾਮ ਕਿਸੇ ਇੱਕ ਧਰਮ ਦਾ ਨਹੀਂ, ਇਹ ਕੁਦਰਤ ਦੀ ਇੱਕ ਆਵਾਜ਼ ਹੈ। ਇੱਕ ਓੰਕਾਰ ਜਿਹੜਾ ਹੈ ਜਾਂ ਓੰਗ ਸ਼ਬਦ ਹੈ, ਇਹ ਬ੍ਰਹਿਮੰਡ ਜਿਹਦੇ ਵਿੱਚੋਂ ਬਣਿਆ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕੀਤਾ ਪਸਾਓ ਏਕੋ ਕਵਾਓ, ਇਹ ਉਹਦਾ ਇੱਕ ਬਾਹਰ ਸਰੂਪ ਪ੍ਰਗਟ ਕੀਤਾ ਗਿਆ ਅੱਖਰਾਂ ਵਿੱਚ, ਕਿ ਉਹ ਜਦੋਂ ਕਿਸੇ ਦੇ ਅੰਦਰ ਪੈਦਾ ਹੁੰਦਾ ਹੈ ਤੇ ਉਹਦੀ ਜਿਹੜੀ ਇੱਕ ਲੈ ਬਣਦੀ ਉਹ ਓੰਕਾਰ ਹੈ। ਯਾਨੀ ਕਿ ਉਹਦਾ ਧਿਆਨ ਨਾਸਿਕਾਵਾਂ ਦੇ ਵਿੱਚ ਜਾਂਦਾ ਹੈ। ਸ਼ਬਦ ਦਾ ਉਚਾਰਨ ਬੰਦੇ ਦੀ ਤ੍ਰਿਕੁਟੀ ਹੈ ਨਾਸਿਕਾ ਦੇ ਵਿੱਚ। ਇਹ ਖੈਰ ਸ਼ਬਦ ਦਾ ਵਿਗਿਆਨ ਬਹੁਤ ਲੰਬਾ ਹੈ। ਤਾਂ ਇਹ ਜਿਹੜਾ ਨਾਮ ਹੈ ਕਿਸੇ ਇੱਕ ਧਰਮ ਦਾ ਨਹੀਂ, ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਔਰ ਸੱਚ ਨੂੰ ਪ੍ਰਗਟ ਕੀਤਾ ਹੈ। ਓੰਗ ਆਦ ਰੂਪੇ, ਧਰਤੀ ਤੇ ਜਿੰਨੇ ਨਾਮ ਨੇ ਉਹਨਾਂ ਦਾ ਆਰੰਭ ਇੱਕ ਓੰਕਾਰ ਤੋਂ ਹੋਇਆ। ਸਤਿਗੁਰੂ ਕਹਿੰਦੇ ਨੇ, ਫਿਰ ਕਹਿੰਦੇ ਅਨਾਦ ਸਰੂਪੇ, ਇਹਦੇ ਤੋਂ ਵੀ ਉਹਦਾ ਰੂਪ ਹੋਰ ਅੱਗੇ ਹੈ। ਯਾਨੀ ਕਿ ਇਹ ਤਾਂ ਸਿਰਫ ਇੱਕ ਗੁਰੂ ਨੂੰ ਮਜਬੂਰਨ ਇਹ ਸ਼ਬਦ ਵਰਤਨੇ ਪਏ ਵੀ ਜਿਹੜਾ ਉਹਦਾ ਨਾਮ ਹੈ ਨਾ, ਜਿਹਨੂੰ ਏਕੋ ਕਵਾਓ ਕਿਹਾ ਹੈ, ਇਹ ਤੇ ਮੈਂ ਸਿਰਫ ਵਿੱਚ ਲਿਆਂਦਾ ਹੈ। ਜਦੋਂ ਕੋਈ ਅੱਗੇ ਜਾਏਗਾ ਤੇ ਇਹ ਵੀ ਗਵਾਚ ਜਾਂਦਾ, ਇਹ ਵੀ ਘੁਲ ਜਾਂਦਾ, ਫਿਰ ਬਸ ਇਸ ਤੋਂ ਅੱਗੇ ਉਹ ਤਾਂ ਕੁਝ ਹੋਰ ਹੈ। ਉਹਦੇ ਬਾਰੇ ਉਹ ਹੀ ਜਾਣੇਗਾ ਜੋ ਕਿਹਾ ਹੈ, ਉਹਦੀ ਕੋਈ ਵਿਆਖਿਆ ਨਹੀਂ। ਤਾਂ ਇੱਥੋਂ ਤੱਕ ਹਜ਼ੂਰ ਨੇ ਕਿਹਾ ਹੈ। ਫਿਰ ਕਹਿੰਦੇ ਅਨੰਗੀ ਅਨਾਮੇ, ਅਨ ਅੰਗੀ
ਅੰਗਾਂ ਤੋਂ ਰਹਿਤ ਹੈ, ਨਾਮ ਤੋਂ ਰਹਿਤ ਹੈ। ਤ੍ਰੇਭੰਗੀ ਉਹ ਕਹਿੰਦੇ ਨੇ ਤਿੰਨ ਤਰ੍ਹਾਂ ਦੀਆਂ ਕਾਮਨਾਵਾਂ ਨੂੰ ਭੰਗ ਕਰਨ ਵਾਲਾ ਹੈ। ਤ੍ਰੇਭੰਗੀ ਦਾ ਅਰਥ ਹੈ ਤਿੰਨਾਂ ਨੂੰ ਭੰਗ ਕਰਨ ਵਾਲਾ। ਕਿਹਨਾਂ ਨੂੰ? ਤ੍ਰੇ ਕਾਮੇ, ਬੰਦੇ ਦੀਆਂ ਤਿੰਨ ਤਰ੍ਹਾਂ ਦੀਆਂ ਕਾਮਨਾਵਾਂ ਜਿਹੜਾ ਉਹਦਾ ਦੁੱਖ ਬਣਦੀਆਂ ਨੇ। ਤਿੰਨ ਤਰ੍ਹਾਂ ਦੀ ਕਾਮਨਾ, ਉਹ ਤਿੰਨ ਤਰ੍ਹਾਂ ਦੀ ਕਾਮਨਾ ਹੈ ਰਜੋ ਕਾਮਨਾ, ਸਤੋ ਕਾਮਨਾ, ਤਮੋ ਕਾਮਨਾ। ਇਹ ਤਿੰਨ ਤਰ੍ਹਾਂ ਦੀ ਕਾਮਨਾ ਨੂੰ ਭੰਗਣ ਵਾਲਾ ਉਹਦਾ ਨਾਮ ਹੈ, ਖਤਮ ਕਰਨ ਵਾਲਾ ਹੈ। ਐਸਾ ਨਾਮ ਕਲਗੀਆਂ ਵਾਲੇ ਨੇ ਇਸ ਛੰਦ ਦੇ ਵਿੱਚ ਬਿਆਨ ਕੀਤਾ। ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।